ਲਈ ਅਸੀਂ ਸੁਣਨੇ ਆ ਤੇ ਧਿਆਨ ਦੇ ਕੇ ਇਕਾਗਰਤਾ ਦੇ ਨਾਲ ਅਸੀਂ ਸੁਣਨਾ ਆ ਤੇ ਉਸ ਮੈਸੇਜ ਨੂੰ ਗ੍ਰਹਿਣ ਕਰਨ ਦਾ ਯਤਨ ਕੀਤਾ ਜਾਂਦਾ। ਇਸੇ ਤਰ੍ਹਾਂ ਸਿੱਖ ਇਤਿਹਾਸ ਦੀ ਇੱਕ ਬੜੇ ਕਮਾਲ ਦੀ ਸਾਖੀ ਸੇਮ ਗੱਲ ਨੂੰ ਬਿਆਨ ਕਰਦੀ। ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਨੂੰ ਇੱਕ ਵਾਰੀ ਪੁੱਛਿਆ ਸੀ ਕਿ ਜਦੋਂ ਹਜ਼ੂਰ ਤੁਸੀਂ ਕੀਰਤਨ ਕਰਦੇ ਹੋ, ਬਹੁਤ ਲੋਕ ਹੁੰਦੇ ਨੇ ਪਰ ਸਾਰੇ ਲੋਕਾਂ ਦੇ ਵਿੱਚ ਸੁਣ ਕੇ ਉਹਨਾਂ ਦਾ ਬਿਹੇਵ ਇੱਕੋ ਵਰਗਾ ਨਹੀਂ ਬਦਲਦਾ। ਸਾਰੇ ਲੋਕ ਆਪਣੇ ਜੀਵਨ ਨੂੰ ਚੇਂਜ ਨਹੀਂ ਕਰਦੇ ਹੁੰਦੇ। ਤੇ ਉਸ ਸਮੇਂ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਵੀ ਜਿਹੜਾ ਸਰੋਤੇ ਨੇ ਨਾ ਅਸਲ ਦੇ ਵਿੱਚ ਵੱਖ-ਵੱਖ ਕਿਸਮ ਦੇ ਨੇ ਤੇ 5 ਤਰ੍ਹਾਂ ਦੇ ਸਰੋਤੇ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਰਾਗ ਰਾਗਨੀ ਸਮਝਾ ਏਕਾ। ਪਹਿਲੇ ਕਿਸਮ ਦੇ ਲੋਕ ਨੇ ਜਿਹੜੇ ਇੰਟਰਟੇਨਮੈਂਟ ਪੁਆਇੰਟ ਆਫ ਵਿਊ ਦੇ ਨਾਲ ਸੁਣਦੇ ਨੇ ਮਹਾਂਪੁਰਸ਼ਾਂ ਨੂੰ, ਤੇ ਉਹ ਅਸਲ ਦੇ ਵਿੱਚ ਰਾਗ ਤੇ ਰਾਗਣੀ ਦੀ ਸੂਝ ਹੁੰਦੀ ਉਹਨਾਂ ਨੂੰ, ਮਿਊਜ਼ਿਕ ਦੇ ਪੁਆਇੰਟ ਆਫ ਵਿਊ ਦੇ ਨਾਲ, ਕੰਨ ਰਸ ਲੈਣ ਦੇ ਨਾਲ। ਇਸ ਕਰਕੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਸ਼੍ਰੀ ਰਾਗ ਗਾਇਆ ਜਾ ਰਿਹਾ, ਭੈਰਵੀ ਦੀਆਂ ਸੁਰਾਂ ਕੀ ਨੇ, ਆਸਾ ਦਾ ਜਿਹੜਾ ਰਾਗ ਹੈ ਉਹ ਕਿਵੇਂ ਗਾਇਆ ਜਾਂਦਾ ਹੈ, ਫਲਾਣਾ ਰਾਗ ਕਿਹੜੇ ਸਮੇਂ ਗਾਇਆ ਜਾਂਦਾ। ਨੋ ਡਾਊਟ ਵੀ ਬਾਣੀ ਨੂੰ ਰਾਗਾਂ ਦੇ ਵਿੱਚ ਹੀ ਗਾਣਾ ਚਾਹੀਦਾ ਹੈ, ਕਿਉਂਕਿ ਉਹ ਸੰਗੀਤ ਦੀ ਇਹੋ ਜਿਹੀ ਸ਼ੈਲੀ ਜਿਹੜੀ ਲੌਂਗ ਟਾਈਮ ਬੰਦੇ ਦੇ ਮਨ ਦੇ ਉੱਤੇ ਡੀਪਲੀ ਪ੍ਰਭਾਵ ਛੱਡਦੀ ਹੈ। ਪਰ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਨਾ ਬਾਣੀ ਦੇ ਅੰਦਰ ਸ਼ਬਦ ਨੂੰ ਪ੍ਰਧਾਨਤਾ ਦਿੱਤੀ। ਇਸ ਕਰਕੇ ਰਹਿਤ ਮਰਿਆਦਾ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਵੀ ਜਦੋਂ ਕੋਈ ਰਾਗੀ ਸਿੰਘ ਸ਼ਬਦ ਗਾਏ ਤੇ ਉਹਦੇ ਸ਼ਬਦ ਦੇ ਉੱਤੇ ਮਿਊਜ਼ਿਕ ਜਾਂ ਰਾਗ ਹਾਵੀ ਨਹੀਂ ਹੋਣਾ ਚਾਹੀਦਾ। ਸ਼ਬਦ ਨੂੰ ਪ੍ਰਧਾਨਤਾ ਦੇਣੀ ਜ਼ਰੂਰੀ ਬੜੀ, ਕਿਉਂਕਿ ਆਖਿਰ ਗੁਰੂ ਸਾਹਿਬ ਜੀ ਦੀ ਬਾਣੀ ਨੇ ਹੀ ਜੀਵਨ ਬਦਲਨੇ ਨੇ। ਗੁਰੂ ਦੀ ਬਾਣੀ ਅਸਲ ਦੇ ਵਿੱਚ ਹੀ ਜ਼ਿੰਦਗੀਆਂ ਦੇ ਲਈ ਇੱਕ ਮੈਸੇਜ ਹੈ। ਤੇ ਇਸ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬਾਹਰੋਂ ਜਿਹੜੇ ਸੁਣਦੇ ਨੇ ਨਾ ਸਰੋਤੇ, ਜਿਵੇਂ ਇੱਕ ਵਿਦਵਾਨ ਦਾ ਕਥਨ ਹੈ ਕਿ ਆਰਡੀਨਰੀ ਪੀਪਲ ਲਵ ਇੰਟਰਟੇਨਮੈਂਟ, ਐਕਸਟਰਾ ਆਰਡੀਨਰੀ ਪੀਪਲ ਅਡੋਰ ਨੌਲੇਜ। ਵੀ ਜਿਹੜੇ ਆਰਡੀਨਰੀ ਲੋਕ ਹੁੰਦੇ ਨੇ ਉਹ ਹਰ ਥਾਂ ਤੋਂ ਮਨੋਰੰਜਨ ਭਾਲਦੇ ਨੇ, ਤੇ ਜਿਹੜੇ ਐਕਸਟਰਾ ਆਰਡੀਨਰੀ ਹੁੰਦੇ ਨੇ ਉਹ ਇਸ ਤੋਂ ਅੱਗੇ ਚੱਲ ਕੇ ਨੌਲੇਜ ਨੂੰ, ਮੈਸੇਜ ਨੂੰ ਜਿਹੜਾ ਪ੍ਰਵਾਨ ਕਰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ। ਉਹ ਨੌਲੇਜ ਓਰੀਐਂਟਡ ਲਾਈਫ ਉਹਨਾਂ ਦੀ ਹੁੰਦੀ ਹੈ। ਤੇ ਹਜ਼ੂਰ ਕਹਿਣ ਲੱਗੇ ਰਾਗ ਰਾਗਨੀ ਸਮਝੈ ਏਕਾ, ਦੁਤੀਆ ਸੁਰਸੋਂ ਲੱਖਾਂ ਵਿਵੇਕਾ। ਦੂਜਿਆਂ ਨੂੰ ਸੁਰਾਂ ਦੀ ਬੜੀ ਡੀਪਲੀ ਨੌਲੇਜ ਹੁੰਦੀ ਹੈ, ਉਹ ਇਹ ਪੁਆਇੰਟ ਆਫ ਵਿਊ ਦੇ ਨਾਲ ਸੁਣਦੇ ਨੇ ਵੀ ਇਹਦੇ ਸੁਰਾਂ 'ਤੇ ਹੱਥ ਕਿਵੇਂ ਚੱਲਦਾ ਹੈ, ਉਹਦੇ 'ਚ ਬਰੀਕੀਆਂ ਕਿੰਨੀਆਂ ਨੇ, ਤੇ ਫਲਾਣਾ ਸੁਰ ਲੱਗਾ ਸੀ ਜਾਂ ਤਿਵਰ ਹੈ, ਕੋਮਲ ਹੈ ਜਾਂ ਨਹੀਂ ਲਾਇਆ ਗਿਆ ਫਲਾਣੇ ਰਾਗ ਦੇ ਵਿੱਚ। ਤੇ ਹਜ਼ੂਰ ਨੇ ਜ਼ਿਕਰ ਕੀਤਾ ਜਿਹੜੇ ਤੀਸਰੇ ਕਿਸਮ ਦੇ ਸਰੋਤੇ ਨੇ ਨਾ, ਤ੍ਰਿਤੀਆ ਤਾਲ ਵਿਖੈ ਚਿਤ ਦੇਈਆ। ਤੀਸਰੇ ਕਿਸਮ ਦੇ ਲੋਕ ਨੇ ਤਬਲਾ ਸੁਣਦੇ ਨੇ ਵੀ ਉਂਗਲਾਂ ਬੜੀਆਂ ਨਾਚ ਕਰਦੀਆਂ ਸਨ, ਢੋਲਕ ਵੱਜਦਾ ਤੇ ਕਮਾਲ ਹੋ ਜਾਂਦੀ ਹੈ। ਤੇ ਚਤੁਰਤ ਬਾਦਤ ਵਿਖੈ ਰਸ ਲਈਆ। ਚੌਥੇ ਜਿਹੜੇ ਸਾਜ਼ਾਂ ਦੀ ਧੁਨੀ ਨੂੰ ਸੁਣਨਾ ਉਹਨਾਂ ਨੂੰ ਇੰਟਰਟੇਨ ਕਰਦਾ। ਉਹ ਕਹਿੰਦੇ ਨੇ ਫਲਾਣਾ ਸੱਜਣ ਨੇ ਕੀਰਤਨ ਕੀਤਾ, ਬਾਬਾ ਜੀ ਨੇ ਕੀਰਤਨ ਕੀਤਾ, ਕਿਆ ਛੈਣੇ ਵੱਜਦੇ ਸਨ, ਵਾਜਿਆਂ 'ਤੇ ਕਮਾਲ ਹੋਈ ਜਾਂਦੀ ਸੀ। ਤੇ ਅਸਲ ਦੇ ਵਿੱਚ ਧੰਨ ਧੰਨ ਕਰਵਾ ਦਿੰਦੇ ਨੇ ਜਦੋਂ ਜਿਹੜੀ ਇਹ ਧਾਰਨਾ ਪੜ੍ਹਦੇ ਨੇ। ਅਸਲ ਦੇ ਵਿੱਚ ਇਹਦਾ ਮਤਲਬ ਜਿਹੜਾ ਇੰਸਟਰੂਮੈਂਟਸ ਦੇ ਵਿੱਚੋਂ ਜਿਹੜਾ ਮਿਊਜ਼ਿਕ ਦਾ ਆਨੰਦ ਲਿੱਤਾ ਜਾ ਰਿਹਾ, ਜਾਂ ਇਸ ਤਰ੍ਹਾਂ ਕਹਿ ਲਈਏ ਆਨੰਦ ਤੇ ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਰੱਬ ਦੀ ਭਗਤੀ ਦੇ ਵਿੱਚੋਂ ਹੀ ਆ ਸਕਦਾ ਤੇ ਗੁਰੂ ਕੋਲੋਂ, ਪਰ ਅਸੀਂ ਜਿਹਦੇ ਨਾਲ ਮਰਜ਼ੀ ਸ਼ਬਦ ਜੋੜ ਲੈਂਦੇ ਹਾਂ ਵੀ ਇੰਟਰਟੇਨ ਆਪਣੇ ਆਪ ਨੂੰ ਬੰਦਾ ਕਰਦਾ ਹੈ। ਇਸ ਤੋਂ ਅਗਲੀ ਗੱਲ ਜਿਹੜਾ ਪੰਜਵੇਂ ਕਿਸਮ ਦਾ ਹੈ ਨਾ, ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸਰੋਤਾ ਸਭ ਮਾਹੇ ਪਰਬੀਨਾ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ ਕਹਿੰਦੇ ਨੇ ਪੰਜਵਾਂ ਅਸਲ ਦੇ ਵਿੱਚ ਨਾ ਜਿਹੜਾ ਸ਼ਬਦ ਦੇ ਵਿੱਚ ਜੋ ਅਰਥ ਰੱਖਿਆ ਹੋਇਆ ਨਾ, ਜਿਵੇਂ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਕਿਹਾ, ਧਰਿਓ ਅਰਥ ਜੋ ਸ਼ਬਦ ਮਜ਼ਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਵੀ ਜੋ ਸ਼ਬਦ ਦੇ ਵਿੱਚ ਅਰਥ ਹਜ਼ੂਰ ਨੇ ਰੱਖੇ ਨੇ ਉਹਨੂੰ ਜਦੋਂ ਬਾਣੀ ਵਿਚਾਰਨ ਲੱਗੋ, ਬਾਰ ਬਾਰ ਉਹਨਾਂ ਅੱਖਰਾਂ ਦੇ ਉੱਤੇ ਧਿਆਨ ਦਿਓ, ਕੰਸਨਟਰੇਟ ਕਰੋ, ਉਹਦੇ ਵੱਲ ਇੰਟੈਂਸ਼ਨ ਸਾਡੀ ਜਾਣੀ ਚਾਹੀਦੀ ਹੈ।
ਤੇ ਇਸ ਕਰਕੇ ਬਾਣੀ ਪਹਿਲੀ ਗੱਲ ਇਹ ਹੈ ਜਿਹੜਾ ਹੀਅਰਿੰਗ ਤੇ ਲਿਸਨਿੰਗ ਦੇ ਵਿੱਚ ਜਿਹੜਾ ਫਰਕ ਹੁੰਦਾ, ਜਿਹੜਾ ਗੱਲ ਕੰਨਾਂ ਦੇ ਵਿੱਚ ਆਵਾਜ਼ਾਂ ਪਈ ਜਾ ਰਹੀਆਂ, ਅਸੀਂ ਬੈਠੇ ਹਾਂ ਤੇ ਸੁਣ ਰਹੇ ਹਾਂ। ਇਸ ਤੋਂ ਅਗਲੀ ਗੱਲ ਜਿਹੜੀ ਸੁਰਤੀ ਜੋੜਨ ਵਾਲੀ ਕਿਹੜੀ ਵਾਪਰਦੀ, ਕਿਉਂਕਿ ਇੱਥੋਂ ਵੀ ਅਸੀਂ ਅੱਗੇ ਚੱਲ ਕੇ ਕਈ ਪੜਾਵਾਂ ਦੇ ਵਿੱਚੋਂ ਨਿਕਲਣਾ ਹੁੰਦਾ। ਪਹਿਲਾ ਹੁੰਦਾ ਜਦੋਂ ਕੋਈ ਮਹਾਂਪੁਰਸ਼ ਉਪਦੇਸ਼ ਦੇ ਰਿਹਾ ਹੁੰਦਾ ਜਾਂ ਬਾਣੀ ਅਸੀਂ ਸਰਵਨ ਕਰ ਰਹੇ ਹੁੰਦੇ ਹਾਂ, ਸਾਡੇ ਅੰਦਰ ਖਾਸ ਕਰਕੇ ਕੰਫਰਮੇਸ਼ਨ ਬਾਇਸ ਹੁੰਦੀ। ਇਹਦਾ ਮੈਂ ਕਈ ਵਾਰੀ ਜ਼ਿਕਰ ਕੀਤਾ ਪਰ ਐਕਸਪਲੇਨ ਅੱਜ ਤੁਹਾਡੇ ਸਾਹਮਣੇ ਵੀ ਜੋ ਸਾਡੇ ਅਸੀਂ ਜਿਸ ਥਾਂ ਤੇ ਬੱਚਾ ਜਦੋਂ ਪੈਦਾ ਹੁੰਦਾ ਨਾ, ਰਾਤ ਵੀ ਇੱਕ ਅਰਜ਼ ਕੀਤੀ ਸੀ, ਉਹਦੇ ਕੋਲ ਕੇਵਲ ਫੀਲਿੰਗ ਹੁੰਦੀ ਜੋ ਉਹਨੇ ਸੁਣਿਆ ਸਾਰੀ ਜ਼ਿੰਦਗੀ। ਜੇ ਹਿੰਦੂ ਦੇ ਘਰ ਦੇ ਵਿੱਚ ਪੈਦਾ ਹੋਇਆ, ਉਹਨੇ ਉਹ ਆਈਡੀਓਲੋਜੀ ਸੁਣ ਸੁਣ ਕੇ ਆਪਣੇ ਆਪ ਨੂੰ ਉਹਦੇ ਨਾਲ ਐਸੋਸੀਏਟ ਕਰ ਲਿਆ। ਜੇ ਮੁਸਲਮਾਨ ਘਰ ਦੇ ਵਿੱਚ ਬੱਚਾ ਪੈਦਾ ਹੋਇਆ ਤੇ ਅਸਲ ਦੇ ਵਿੱਚ ਉਹ ਵਿਚਾਰਧਾਰਾ ਸੁਣ ਸੁਣ ਕੇ ਆਪਣੇ ਆਪ ਨੂੰ ਜਿਹੜਾ ਉਹਦੇ ਨਾਲ ਟੋਟਲੀ ਉਹਦੀ ਬਿਲੋਂਗਨੈਸ ਜਿਹੜੀ ਬਿਲੋਂਗਿੰਗ ਉਹਦੀ ਬਣ ਜਾਂਦੀ। ਇਸੇ ਤਰ੍ਹਾਂ ਕਿਸੇ ਵੀ ਥਾਂ ਦੇ ਉੱਤੇ ਜਿੱਥੋਂ ਬੰਦਾ ਅੱਜ ਤੱਕ ਆਇਆ ਨਾ, ਸਾਡੇ ਅੰਦਰ ਡਾਟਾ ਆਲਰੇਡੀ ਗਿਆ ਹੋਇਆ, ਸਾਡਾ ਮੈਮਰੀਜ਼ ਦਾ ਪਾਰਟ ਹੈ। ਹੁਣ ਜਿਵੇਂ ਸ਼ਬਦ ਸਰਵਨ ਕੀਤਾ ਜਾ ਰਿਹਾ, ਇਹ ਸ਼ਬਦ ਦੀ ਵਿਆਖਿਆ ਵੀ ਹੋਏਗੀ ਨਾ, ਤੇ ਪਹਿਲੀ ਗੱਲ ਬੰਦਾ ਉਹੀ ਸੁਣਨ ਨੂੰ ਰਾਜ਼ੀ ਹੋਏਗਾ ਜੋ ਉਹਦੇ ਪ੍ਰੀ ਐਗਜ਼ਿਸਟਿੰਗ ਆਈਡੀਆਜ਼ ਦੇ ਨਾਲ ਜੋ ਤੁਹਾਡੇ ਨਾਲ ਉਹ ਮਿਲਦੇ ਹੋਣਗੇ। ਜੇ ਨਾ ਮਿਲਦੇ ਹੋਣਗੇ, ਬੰਦਾ ਅੰਦਰੋਂ ਅੰਦਰੀ ਕਲਪਨਾ ਦੇ ਵਿੱਚ ਜਾਂ ਤੇ ਵਿਰੋਧਤਾ ਕਰ ਰਿਹਾ ਹੋਵੇਗਾ ਉਸ ਵਿਚਾਰ ਦੀ, ਤੇ ਜਾਂ ਆਪਣੀ ਇਮੈਜੀਨੇਸ਼ਨ ਦੇ ਵਿੱਚ ਗਵਾਚ ਜਾਂਦਾ। ਤੇ ਇਹ ਗੁਰੂ ਸਾਹਿਬ ਜੀ ਦੇ ਨਾਲ ਵੀ ਹੋਇਆ। ਜਦੋਂ ਧੰਨ ਗੁਰੂ ਨਾਨਕ ਸਾਹਿਬ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਤੇ ਭਾਈ ਮਰਦਾਨਾ ਜੀ ਦੇ ਨਾਲ ਨਿਕਲਦੇ ਨੇ ਤੇ ਸਾਰੇ ਲੋਕ ਨਹੀਂ ਉਹਨਾਂ ਨੂੰ ਪ੍ਰਵਾਨ ਕਰਦੇ। ਹਜ਼ੂਰ ਕਹਿੰਦੇ ਨੇ ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ, ਨਾਨਕ ਵਿਚਾਰਾ। ਤੇ ਕੇਵਲ ਇਹ ਗੱਲ ਕਹਿਣ ਦੀ ਨਹੀਂ, ਕਈਆਂ ਨੇ ਅਸੀਂ ਹਿਸਟਰੀ 'ਚ ਪੜ੍ਹਦੇ ਹਾਂ ਇੱਟਾਂ ਰੋੜੇ ਵੀ ਮਾਰਨ ਦਾ ਯਤਨ ਕੀਤਾ। ਤੇ ਅਸਲ ਦੇ ਵਿੱਚ ਫਿਰ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੇ ਬਚਨ ਸੁਣ ਸੁਣ ਕੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਸ਼ਿਕਾਇਤਾਂ ਵੀ ਹੋਈਆਂ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਜਦੋਂ ਤੋਂ ਚੱਲੀ ਹੈ, ਇਹਨਾਂ ਨੇ ਸਾਡੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਵਰਜ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਜੋ ਵੱਖਰਾ ਕਨਸੈਪਟ ਇੰਟਰੋਡਿਊਸ ਕੀਤਾ। ਇਹਨਾਂ ਨੇ ਜੋ ਸਾਡੇ ਧਾਰਮਿਕ ਸਥਾਨ ਤੋਂ ਉਹਨਾਂ ਦੇ ਬਾਰੇ ਉਸ ਤੋਂ ਵੱਖਰੇ ਜਿਹੜੇ ਧਾਰਮਿਕ ਧਰਮਸ਼ਾਲਾ ਜਿਹੜੀਆਂ ਬਣਾ ਲਈਆਂ, ਵੱਖਰੇ ਧਾਰਮਿਕ ਅਸਥਾਨ ਜਿਹੜੇ ਉਸਾਰ ਲਏ ਨੇ। ਇਸੇ ਤਰ੍ਹਾਂ ਇਹ ਕਹਿੰਦੇ ਨੇ ਤੀਰਥਾਂ ਦੇ ਉੱਤੇ ਜਾਣ ਦੀ ਲੋੜ ਨਹੀਂ, ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਇਹੋ ਜਿਹੀਆਂ ਸ਼ਿਕਾਇਤਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਪਹਿਲੇ ਜਾਮੇ 'ਚ ਹੀ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਨ ਭਾਣੇ ਕੇ ਨਹਾਏ ਕਰੀ। ਉਹਨਾਂ ਨੇ ਲੰਮਾ ਜਿਹੜਾ ਸਾਰੀਆਂ ਚੀਜ਼ਾਂ ਜਿਹੜੀਆਂ ਹਿਊਮੈਨਿਟੀ ਦੇ ਹੱਕ ਦੇ ਵਿੱਚ ਸੀ, ਗੁਰੂ ਸਾਹਿਬ ਰਿਚੁਅਲਸ ਤੋਂ, ਅੰਧ ਵਿਸ਼ਵਾਸਾਂ ਤੋਂ, ਸੁਪਰਸਟੀਸ਼ਨਸ ਤੋਂ ਵਰਜ ਕੇ ਲੋਕਾਂ ਦੀ ਜ਼ਿੰਦਗੀ ਨੂੰ ਬੜਾ ਸੌਖਾ ਤੇ ਵਧੀਆ ਕਰ ਰਹੇ ਸਨ, ਗਿਆਨ ਦੇ ਰਹੇ ਸੀ, ਉਹਦੀ ਸ਼ਿਕਾਇਤ ਹੁੰਦੀ ਹੈ। ਤੇ ਕੇਵਲ ਇੱਕ ਥਾਂ ਤੇ ਨਹੀਂ ਹੋਈ, ਸਾਰੀ ਦੁਨੀਆ ਦੀ ਹਿਸਟਰੀ ਇਸ ਗੱਲ ਦੇ ਨਾਲ ਭਰੀ ਪਈ ਹੈ ਕਿ ਅਸਲ ਦੇ ਵਿੱਚ ਜਦੋਂ ਕੋਈ ਸੱਚ ਬੋਲਣ ਲੱਗਦਾ ਹੈ ਤੇ ਜਿਹੜੇ ਲੋਕਾਂ ਦੇ ਪਹਿਲੇ ਵਿਚਾਰ ਬਣੇ ਹੋਏ ਨੇ ਉਹਦੀ ਜਿਹੜੀ ਉਹ ਕਿਉਂਕਿ ਡਾਟਾ ਗਿਆ ਪ੍ਰੋਸੈਸ ਕਰਦਾ ਔਰ ਬੰਦੇ ਦਾ ਜੀਵਨ ਇਸ ਤਰ੍ਹਾਂ ਚੱਲਦਾ ਤੇ ਇੱਕਦਮ ਬੰਦਾ ਜਿਹੜਾ ਉਹਦੇ ਵਿਰੋਧ ਦੇ ਵਿੱਚ ਖਲੋ ਜਾਂਦਾ। ਤੇ ਇਸ ਕਰਕੇ ਪਹਿਲੀ ਗੱਲ ਤੇ ਇਹ ਵਾਪਰਦੀ ਵੀ ਬੰਦਾ ਉਹ ਸੁਣਨਾ ਹੀ ਨਹੀਂ ਚਾਹੁੰਦਾ ਜਿਹੜੀ ਉਹਦੀ ਆਈਡੀਓਲੋਜੀ ਦੇ ਨਾਲ ਗੱਲ ਮੇਲ ਨਾ ਖਾਂਦੀ ਹੋਵੇ। ਗੁਰੂ ਸਾਹਿਬ ਜੀ ਦਾ ਇਸੇ ਕਰਕੇ ਆ ਜਿਹੜੇ ਦਿਨ ਚੱਲਦੇ ਨੇ ਉਹਦਾ ਵੀ ਕਾਰਨ ਸੀ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਜਿਹੜੀ ਸੱਚ ਦੀ ਆਵਾਜ਼ ਆਉਂਦੀ ਹੈ ਉਹ ਉਹਨਾਂ ਨੂੰ ਪ੍ਰਵਾਨ ਨਹੀਂ ਹੈ। ਦੂਸਰੀ ਗੱਲ ਵਾਪਰਦੀ ਹੈ ਉਹਦੀ ਜਿਹੜੀ ਵਿਆਖਿਆ ਨਾ ਉਹ ਆਪਣੇ ਢੰਗ ਦੇ ਨਾਲ ਹੁੰਦੀ ਵੀ ਉਹ ਜਿਹੜਾ ਕੰਫਰਮੇਸ਼ਨ ਬਾਇਸ ਦੂਜਾ ਹੁੰਦਾ ਨਾ ਜਦੋਂ ਕੋਈ ਸੁਣਦਾ ਤੇ ਅਸਲ ਦੇ ਵਿੱਚ ਪਹਿਲੀ ਗੱਲ ਤੇ ਸੁਣਦਾ ਹੀ ਉਹ ਹੈ। ਜਿਵੇਂ ਇੱਕ ਐਗਜ਼ਾਮਪਲ ਹੈ ਬੜੇ ਕਮਾਲ ਦੀ, ਸਮਝਣ ਦੇ ਲਈ ਕਈ ਘਟਨਾਵਾਂ ਸਮਾਜ ਦੇ ਵਿੱਚ ਵਾਪਰਦੀਆਂ। ਕਹਿੰਦੇ ਨੇ ਕੋਈ ਬੰਦਾ ਸ਼ਰਾਬ ਆਦਿਕ ਨਸ਼ਾ ਕਰਨ ਵਾਲਾ ਸੀ ਤੇ ਬਿਮਾਰ ਹੋ ਗਿਆ ਤੇ ਵੱਖ-ਵੱਖ ਰਿਸ਼ਤੇਦਾਰ ਆਉਣ ਲੱਗ ਪਏ। ਜਦੋਂ ਉਹਦਾ ਪਤਾ ਲੈਣ ਆਉਣ ਲੱਗ ਪਏ ਤੇ ਤੁਹਾਨੂੰ ਪਤਾ ਸੁਭਾਅ ਹੈ ਲੋਕ ਆਪਣੇ ਆਪਣੇ ਵੱਲੋਂ ਰੈਮਡੀ ਵੀ ਦੱਸਦੇ ਨੇ, ਉਪਾਅ ਦੱਸਦੇ ਨੇ। ਤੇ ਕਿਸੇ ਨੇ ਕਿਹਾ ਇਹਨੂੰ ਫਲਾਣੀ ਜਿਹੜੀ ਦਵਾਈ ਦੇ ਕੇ ਵੇਖ ਲਿਓ, ਕਾਫੀ ਦਿਨਾਂ ਦਾ ਬਿਮਾਰ ਹੈ। ਦੂਸਰਾ ਕਹਿਣ ਲੱਗਾ ਜੀ ਇਹਨੂੰ ਫਲਾਣੀ ਦਵਾਈ ਦੇ ਕੇ ਵੇਖ ਲਓ।
ਤੇ ਉੱਥੇ ਉਹਦਾ ਇੱਕ ਪੁਰਾਣਾ ਦੋਸਤ ਸੀ, ਉਹ ਕਹਿਣ ਲੱਗਾ ਜਿੱਦਣ ਦਾ ਇਹਨੇ ਸ਼ਰਾਬ ਛੱਡੀ ਉਦਣ ਦਾ ਇਹ ਮੰਜੇ ਤੇ ਪਿਆ ਤੇ ਇਹਨੂੰ ਦੇ ਕੇ ਉਹੀ ਦੇ ਕੇ ਦੇਖ ਲਓ। ਉਸੇ ਸਮੇਂ ਮੰਜੇ ਤੋਂ ਉੱਠ ਕੇ ਕਹਿਣ ਲੱਗਾ ਵੀ ਤੁਸੀਂ ਸਾਰੇ ਆਪਣੀਆਂ ਆਪਣੀਆਂ ਜਬਲੀਆਂ ਮਾਰੀ ਜਾਂਦੇ ਹੋ ਤੇ ਇਹ ਬੰਦਾ ਘੰਟੇ ਦਾ ਤੁਹਾਨੂੰ ਬੇਨਤੀਆਂ ਕਰਨ ਡਿਆ, ਇਹਦੀ ਨਹੀਂ ਗੱਲ ਤੁਸੀਂ ਸੁਣਦੇ ਪਏ। ਕਹਿਣ ਦਾ ਮਤਲਬ ਬੰਦਾ ਉਹੀ ਕੁਝ ਸੁਣਨਾ ਚਾਹੁੰਦਾ ਜੋ ਕੁਝ ਉਹਨੂੰ ਲੱਗਦਾ ਵੀ ਉਹਦੇ ਮੁਤਾਬਕ ਹੈ, ਵੀ ਮੈਨੂੰ ਆਦਤ ਨਾ ਆਪਣੀ ਬਦਲਣੀ ਪਏ ਤੇ ਅਸਲ ਦੇ ਵਿੱਚ ਉਹਦੇ ਮੁਤਾਬਕ ਹੀ ਸੁਣ ਕੇ। ਇਸ ਲਈ ਤੁਸੀਂ ਵੇਖੋ ਧਰਮ ਦੀ ਦੁਨੀਆ ਦੇ ਵਿੱਚ ਵੀ ਆਉਂਦੇ ਨੇ, ਜੇ ਤੇ ਕੋਈ ਬੰਦਾ ਉਹਨਾਂ ਨੂੰ ਐਪਰੀਸ਼ੀਏਟ ਕਰੀ ਜਾਏ, ਇੱਥੇ ਸੱਚ ਦੀ ਗੱਲ ਨਾ ਕਰੇ, ਬੰਦਾ ਉਹਨਾਂ ਨੂੰ ਪ੍ਰਵਾਨ ਹੁੰਦਾ ਤੇ ਜਦੋਂ ਸੱਚ ਦੀ ਗੱਲ ਹੋਵੇ ਕਈ ਵਾਰੀ ਬੰਦਾ ਵਿਰੋਧਤਾ ਉਹਦੀ ਕਰਦਾ। ਦੂਸਰੀ ਘਟਨਾ ਵਾਪਰਦੀ, ਉਹਦੇ ਅਰਥ ਜਿਹੜੇ ਆਪਣੇ ਮੁਤਾਬਕ ਕੀਤੇ ਜਾਂਦੇ ਨੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਬਹੁਤ ਸਾਰੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਨਾ, ਵਿਆਖਿਆ ਉਹਦੀ ਬੰਦੇ ਦੀ ਆਪਣੀ ਆਈਡੀਓਲੋਜੀ ਦੇ ਮੁਤਾਬਕ ਹੋ ਰਹੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਮ ਕੀ ਹੈ? ਗੁਰੂ ਸਾਹਿਬ ਜੀ ਨੇ ਕਿਹਾ ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਨਾਮ ਪਾਇੰਦਾ। ਤੇ ਨਾਮ ਜਿਹੜਾ ਬਾਣੀ ਤੋਂ ਹੀ ਨਾਮ ਦੀ ਪ੍ਰਾਪਤੀ ਹੋਣੀ। ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ, ਉਹਦੇ ਅੰਦਰ ਹੀ ਨਾਮ ਚੱਲ ਸਕਦਾ ਜਿਹੜਾ ਇਹ ਬਾਣੀ ਨੂੰ ਅੰਦਰੋਂ ਜਾਣ ਲਏਗਾ। ਤੇ ਨਾਮ ਦੀਆਂ ਬਹੁਤ ਸਾਰੇ ਨੋਸ਼ਨਸ, ਧਾਰਨਾਵਾਂ ਅਵੇਲੇਬਲ ਨੇ। ਇਸੇ ਤਰ੍ਹਾਂ ਸੰਗਤ ਹੈ। ਸੰਗਤ ਗੁਰੂ ਸਾਹਿਬ ਜੀ ਦੀ ਇੱਕ ਖਾਸ, ਜਦੋਂ ਬਾਣੀ ਦੇ ਅੰਦਰ ਹਜ਼ੂਰ ਕਹਿੰਦੇ ਨਾ ਬੜ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਉਸ ਸੰਗਤ ਤੱਕ ਅਸੀਂ ਪਹੁੰਚਣਾ ਹੁੰਦਾ ਜਦੋਂ ਅਸੀਂ ਫਿਜ਼ੀਕਲੀ ਹਾਜ਼ਰ ਹੁੰਨੇ ਆ, ਪਰ ਉਹ ਜਿਹੜੀ ਸੰਗਤ ਹੈ ਨਾ, ਰੱਬ ਦੀ ਸੰਗਤ ਅਸਲ ਦੇ ਵਿੱਚ ਅਕਾਲ ਪੁਰਖ ਤੇ ਐਵਰੀਵੇਅਰ ਹੈ, ਹਰ ਥਾਂ ਤੇ ਹੈ। ਉਹ ਇੱਕ ਖਾਸ ਅਵਸਥਾ ਜਦੋਂ ਬੰਦਾ ਰੱਬ ਨਾਲ ਜਗਿਆਸੂ ਇੰਨਾ ਜੁੜ ਜਾਂਦਾ, ਭਾਵੇਂ ਉਹ ਦੁਕਾਨ ਤੇ ਹੋਵੇ ਉੱਥੇ ਵੀ ਰੱਬ ਨਾਲ ਜੁੜਿਆ ਹੁੰਦਾ, ਭਾਵੇਂ ਉਹ ਕਾਰੋਬਾਰ ਦੇ ਵਿੱਚ ਹੋਵੇ, ਘਰ ਪਰਿਵਾਰ 'ਚ ਹੋਵੇ, ਕਿਸੇ ਵੀ ਥਾਂ ਤੇ ਉਹਦੀ ਐਕਟੀਵਿਟੀ ਨਾ, ਉਹ ਗੁਰਮੁਖ ਰੋਮ ਰੋਮ ਹਰ ਧਿਆਵੈ। ਉਹ ਹਰ ਪਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਸੂਲਾਂ ਦੇ ਮੁਤਾਬਕ, ਗੁਣਾਂ ਦੇ ਮੁਤਾਬਕ, ਸੱਚ, ਸੰਤੋਖ, ਦਇਆ, ਧਰਮ, ਪਰਉਪਕਾਰ, ਨੇਕੀ, ਸਾਰੀਆਂ ਬੁਰਾਈਆਂ ਤੋਂ ਰਹਿਤ, ਗਿਆਨ ਭਰਪੂਰ ਹੋ ਕੇ ਗੁਰੂ ਦੀ ਬਾਣੀ ਦੇ ਮੁਤਾਬਕ ਚੱਲਣਾ, ਉਹ ਅਵਸਥਾ ਹੈ ਅਸਲ ਦੇ ਵਿੱਚ ਵਡਭਾਗੀ ਹਰ ਸੰਗਤ ਪਾਵੈ। ਉਸ ਅਵਸਥਾ ਦੇ ਵਿੱਚ ਬੰਦਾ ਅਸਲ ਦੇ ਵਿੱਚ ਜਗਿਆਸੂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ ਨੂੰ ਮਾਣਦਾ ਹੈ। ਇਸ ਤਰ੍ਹਾਂ ਕਹਿਣ ਦਾ ਮਤਲਬ, ਜੇ ਜੋ ਗੁਰੂ ਸਾਹਿਬ ਜੀ ਨੇ ਲਿਖਿਆ ਬਾਣੀ ਦੇ ਅੰਦਰ, ਬਖਸ਼ਿਸ਼ ਕੀਤੀ ਸਾਨੂੰ, ਉਹਦੀ ਉਹੀ ਵਿਆਖਿਆ ਹੋਣੀ ਚਾਹੀਦੀ ਜੋ ਬਾਣੀ ਦੇ ਅੰਦਰ ਅਵੇਲੇਬਲ ਹੈ, ਉਹਦੇ ਨੇੜੇ ਤੇੜੇ ਹੋਣੀ ਚਾਹੀਦੀ। ਵੈਸੇ ਉਨੀ ਸੰਭਵ ਨਹੀਂ, ਕਿਉਂਕਿ ਗੁਰੂ ਸਾਹਿਬ ਜਿਸ ਪਿਓਰਿਟੀ ਦੇ ਲੈਵਲ ਤੇ ਜਾ ਕੇ ਬਾਣੀ ਉਚਾਰਨ ਕਰਦੇ ਨੇ ਉਸ ਤੱਕ ਹਰ ਕੋਈ ਨਹੀਂ ਪਹੁੰਚ ਸਕਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ ਹੈ, ਤੀਸਰੀ ਉਹਦੇ 'ਚ ਗੱਲ ਵਾਪਰਦੀ ਹੈ ਸੁਣ ਸਰੋਤ ਦੇ ਵਿੱਚ, ਉਹ ਹੁੰਦਾ ਸੁਣਨ ਤੋਂ ਬਾਅਦ, ਸਮਝਣ ਤੋਂ ਬਾਅਦ, ਉਹਦੀ ਐਗਜ਼ੈਕਟ ਮੀਨਿੰਗ ਪਤਾ ਲੱਗਣ ਤੋਂ ਬਾਅਦ ਜੀਵਨ ਦੇ ਵਿੱਚ ਪ੍ਰੈਕਟੀਕਲ ਵੀ ਉਹੀ ਉਤਰਦਾ ਜਿਹੜਾ ਅਸਲ ਦੇ ਵਿੱਚ ਉਹ ਬਾਣੀ ਦੇ ਨਾਲ ਸੁਰਤ ਜੋੜ ਲੈਂਦਾ ਜੋ ਗੁਰੂ ਸਾਹਿਬ ਨੇ। ਤੇ ਬੰਦਾ ਕਈ ਵਾਰੀ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਸਿੱਖ ਸਮਝਦਾ ਰਹਿੰਦਾ ਤੇ ਕੰਮ ਗੁਰਬਾਣੀ ਤੋਂ ਉਲਟ ਕਰਦਾ ਰਹਿੰਦਾ, ਜਾਂ ਸਮਝਣ ਦੇ ਲਈ ਤਿਆਰ ਨਹੀਂ ਰਹਿੰਦਾ। ਜਿਵੇਂ ਛੋਟੀਆਂ ਐਗਜ਼ਾਮਪਲਸ ਤੁਹਾਡੇ ਸਾਹਮਣੇ, ਗੁਰੂ ਸਾਹਿਬ ਜੀ ਨੇ ਹਰ ਕਿਸਮ ਦੀ ਜਿਹੜਾ ਮਨੁੱਖ ਨਾਲ ਵਿਤਕਰਾ ਕਰਦਾ ਹੈ ਨਾ, ਰੇਸਿਜ਼ਮ, ਵੀ ਬੰਦਾ ਬੰਦੇ ਨਾਲ ਨਫ਼ਰਤ ਕਰੇ, ਉਹ ਭਾਵੇਂ ਜਾਤ ਦੇ ਉੱਤੇ ਆਧਾਰਿਤ ਹੋਵੇ, ਭਾਵੇਂ ਜੈਂਡਰ ਡਿਸਕ੍ਰਿਮੀਨੇਸ਼ਨ ਹੋਵੇ, ਵੀ ਔਰਤ ਨੂੰ ਨੀਵਾਂ ਤੇ ਪੈਟਰੀਆਰਕਲ ਸੁਸਾਇਟੀ ਦੇ ਵਿੱਚ ਬੰਦਾ ਆਪਣੇ ਆਪ ਨੂੰ ਉੱਚਾ ਸਮਝੇ। ਤੇ ਤੁਸੀਂ ਵੇਖੋ ਅੱਜ ਵੀ ਸਾਡਾ ਜਿਹੜਾ ਸਮਾਜ ਹੈ ਨਾ, ਉਹ ਨਾ ਤਾਂ ਜਾਤੀਵਾਦ ਛੱਡ ਸਕਿਆ ਹੈ, ਤੇ ਫਿਰ ਭਰੂਣ ਹੱਤਿਆ ਪੰਜਾਬ ਦੇ ਵਿੱਚ ਹੁਣ ਤੱਕ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁੰਦੀ ਹੈ। ਤੇ ਇਸੇ ਤਰ੍ਹਾਂ ਦਾਜ ਦੀਆਂ ਅਲਾਮਤਾਂ ਸਾਡੇ ਜੀਵਨ ਦੇ ਵਿੱਚ ਨੇ। ਇਸੇ ਤਰ੍ਹਾਂ ਸ਼ੋਇੰਗ ਆਫ ਬੋਸਟਫੁਲ ਨੇਚਰ ਹੈ ਸਾਡਾ। ਕਹਿਣ ਤੋਂ ਮੁਰਾਦ ਇਹ ਸਾਰੀਆਂ ਗੱਲਾਂ ਬਾਣੀ ਦੇ ਵਿੱਚ ਤੇ ਅਸੀਂ ਸੁਣੀਆਂ, ਤੇ ਸਾਨੂੰ ਜੀਵਨ ਦੇ ਵਿੱਚ ਇਹ ਉਤਾਰਨੀਆਂ ਕਿਉਂ ਔਖੀਆਂ ਵੀ ਅਸੀਂ ਔਗਣ ਨਹੀਂ ਛੱਡ ਪਾਉਂਦੇ, ਕਿਉਂਕਿ ਉੱਥੇ ਵੀ ਕਨਫਰਮੇਸ਼ਨ ਬਾਇਸ, ਵੀ ਅਸਲ ਦੇ ਵਿੱਚ ਅੰਦਰ ਦਾ ਇੱਕ ਇਹੋ ਜਿਹਾ ਢਾਂਚਾ ਬਣਿਆ ਹੋਇਆ ਜਿਹੜਾ ਸੁਣ ਕੇ ਅਣਸੁਣੀ ਗੱਲ ਕਰ ਰਿਹਾ। ਤੇ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਮਨ ਜਾਣਤ ਸਭ ਬਾਤ,
जानत ही औगण करै काहे की कुसलात हाथ दीप कुएं परै। ਬੰਦੇ ਦੇ ਹੱਥ ਦੇ ਉੱਤੇ ਦੀਵਾ ਜਗਾ ਕੇ ਰੱਖਿਆ ਪਰ ਉਸ ਰੋਸ਼ਨੀ ਦਾ ਕੋਈ ਅਸਰ ਨਹੀਂ, ਤੇ ਫਿਰ ਵੀ ਬੰਦਾ ਹਨੇਰੇ ਖੂਹ ਦੇ ਵਿੱਚ ਡਿੱਗ ਰਿਹਾ, ਠੋਕਰਾਂ ਜਿਹੜੀਆਂ ਖਾ ਰਿਹਾ। ਇਸ ਕਰਕੇ ਇਹ ਜਦੋਂ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਨਾ ਕਿ ਸੁਣ ਸੁਣ ਜੀਵੈ ਦਾਸ, ਵੀ ਦਾਸ ਸੁਣ ਸੁਣ ਕੇ ਜੀਂਦਾ ਹੈ। ਇੱਥੇ ਜੀਵਨ ਦਾ ਮਤਲਬ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਹੀ ਸ਼ਬਦ ਨੇ। ਗੁਰੂ ਸਾਹਿਬ ਜੀ ਨੂੰ ਜਦੋਂ ਕੋਈ ਪੁੱਛਦਾ ਹੈ ਕਿ ਜੀਵਨ ਕੀ ਹੈ ਤੇ ਮੌਤ ਕੀ ਹੈ, ਹਜ਼ੂਰ ਕਹਿੰਦੇ ਨੇ ਮਰਨੰ ਬਿਸਰਨੰ ਗੋਬਿੰਦਾ, ਜੀਵਨੰ ਹਰ ਨਾਮ ਧਿਆਵਨਾ। ਮੌਤ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭੁੱਲ ਜਾਣਾ, ਤੇ ਜੀਵਨ ਹੈ ਉਸ ਦੇ ਨਾਮ ਨੂੰ ਧਿਆਣਾ। ਨਾਮ ਇੱਕ ਅੰਬਰੇਲਾ ਟਰਮ ਹੈ, ਤੇ ਨਾਮ ਦੇ ਵਿੱਚ ਸਭ ਚੰਗਿਆਈਆਂ ਹਰ ਨਾਮ ਵਿੱਚ, ਸਾਰੀਆਂ ਵਡਿਆਈਆਂ ਚੰਗਿਆਈਆਂ ਨਾਮ ਦੇ ਵਿੱਚ ਆ ਜਾਂਦੀਆਂ ਨੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਿਹੜਾ ਜ਼ਿਕਰ ਕੀਤਾ ਹੈ ਕਿ ਤੇਰਾ ਦਾਸ ਜਿੰਦਾ ਹੈ। ਜਿੰਦਾ ਦਾ ਮਤਲਬ ਅਧਿਆਤਮਕ ਜੀਵਨ ਮਾਣਿਆ ਹੀ ਤਾਂ ਜਾ ਸਕਦਾ ਹੈ ਜੇ ਅਸੀਂ ਬਾਣੀ ਦੀ ਡਾਇਰੈਕਸ਼ਨ ਦੇ ਵਿੱਚ ਤੁਰਨੇ ਆ। ਤੁਮ ਬਾਣੀ ਜਨ ਆਖੀ, ਤੇ ਜਨ ਦਾ ਮਤਲਬ ਇੱਥੇ ਪਹਿਲੇ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ, ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਨੇ, ਜਿਨ੍ਹਾਂ ਦੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਹੈ ਤੇ ਹਜ਼ੂਰ ਉਹ ਸੁਣਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਪ੍ਰਗਟ ਭਈ ਸਭ ਲੋਹ ਮੈਂ ਸੇਵਕ ਕੀ ਰਾਖੀ। ਆਪਣੇ ਸੇਵਕਾਂ ਦੀ ਉਹ ਅਕਾਲ ਪੁਰਖ ਵਾਹਿਗੁਰੂ ਰੱਖਿਆ ਕਰਦਾ ਹੈ। ਗੁਰੂ ਸਾਹਿਬ ਜੀ ਦੀ ਬਾਣੀ ਵੀ ਸਾਡੀ ਰੱਖਿਆ ਕਰਦੀ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂਕਾ ਅੰਤਰਜਾਮੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਰੇ ਪੜ੍ਹਦੇ ਆ, ਤੇ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਤੇ ਰਾਖਿਆ ਹਰਗੋਬਿੰਦ ਨਵਾਂ ਨਰੋਆ। ਗੁਰੂ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ ਨਾ ਮੇਰਾ ਸਤਿਗੁਰ ਰਖਵਾਲਾ ਹੋਆ, ਤੇ ਗੁਰੂ ਬਾਣੀ ਦੇ ਰਾਹੀਂ ਜਦੋਂ ਗਿਆਨ ਬਖਸ਼ਿਸ਼ ਕਰਦੇ ਨੇ, ਤੇ ਗੁਰੂ ਸਾਹਿਬ ਜੀ ਸਾਡੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਜਿਹੜੀ ਐਨਰਜੀ ਮਨੁੱਖਾ ਜੀਵਨ ਟਾਈਮ ਪੈਸਾ ਹਰ ਚੀਜ਼ ਜੋ ਬਰਬਾਦ ਹੁੰਦੀ ਹੈ, ਉੱਥੋਂ ਗੁਰੂ ਸਾਹਿਬ ਜੀ ਸਾਡੀ ਰੱਖਿਆ ਕਰਦੇ ਨੇ। ਤੇ ਕਿਵੇਂ ਕਰਦੇ ਨੇ? ਸਾਰਾ ਇਤਿਹਾਸ ਚੁੱਕ ਕੇ ਵੇਖ ਲਈਏ, ਜੋ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੇ ਬਖਸ਼ਿਸ਼ ਕੀਤੀ ਨਾ, ਉਹਦੀ ਆਪਣੇ ਆਪ ਦੇ ਵਿੱਚ ਉਹ ਲਾ ਮਿਸਾਲ ਐਗਜ਼ਾਮਪਲ ਹੈ ਦੁਨੀਆ ਦੇ ਅੰਦਰ। ਕੁਝ ਸਮਾਂ ਪਹਿਲਾਂ ਦੀ ਘਟਨਾ ਹੈ, ਸ਼ਿਮਲਾ ਦੀ ਧਰਤੀ 'ਤੇ ਨਾ ਇੱਕ 1960 ਦੇ ਕਰੀਬ ਜਿਹੜੇ ਵਿਦਵਾਨ ਕਹਿੰਦੇ ਨੇ ਇੱਕ ਇੰਟਰਫੇਥ ਵਰਲਡ ਧਰਮ ਸੰਮੇਲਨ ਹੋਇਆ ਸੀ। ਉੱਥੇ ਕਿਧਰੇ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਡਾਕਟਰ ਰਾਧਾ ਕ੍ਰਿਸ਼ਨ ਜੀ ਸਨ, ਤੇ ਉਹਨਾਂ ਨੇ ਕਿਧਰੇ ਗੱਲ ਕਹਿ ਦਿੱਤੀ ਗੁਰਬਾਣੀ ਦੇ ਬਾਰੇ। ਜਿਵੇਂ ਆਮ ਕਹਿੰਦੇ ਆ ਨਾ ਵੀ ਕਈਆਂ ਦੇ ਮੂੰਹ ਤੋਂ ਜ਼ੁਬਾਨ ਤੋਂ ਸੁਣਿਆ ਹੋਏਗਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹ ਚਾਰਾਂ ਵੇਦਾਂ ਦਾ ਸਾਰ ਹੈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਬਹੁਤ ਸ੍ਰੇਸ਼ਟ ਹੈ, ਜਿਹੜੀ ਸਭ ਤੇ ਜਿਹੜੀ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਨਾ, ਗੁਰ ਜੈਸਾ ਨਾਹੀ ਕੋ ਦੇਵ। ਗੁਰੂ ਵਰਗਾ ਤਾਂ ਕੋਈ ਹੋਰ ਹੈ ਹੀ ਨਹੀਂ, ਸਾਡੇ ਗੁਰੂ ਗ੍ਰੰਥ ਸਾਹਿਬ ਗੁਰੂ ਨੇ। ਤੇ ਉਹਨਾਂ ਨੇ ਇਹ ਗੱਲ ਕੀਤੀ ਵੀ ਗੁਰੂ ਨਾਨਕ ਸਾਹਿਬ ਨੇ, ਗੁਰੂ ਸਾਹਿਬਾਨ ਨੇ ਕੋਈ ਨਵੀਂ ਚੀਜ਼ ਨਹੀਂ ਦਿੱਤੀ। ਅਸਲ ਦੇ ਵਿੱਚ ਜੋ ਕੁਝ ਪਹਿਲਾਂ ਹੀ ਵੇਦਾਂ ਸ਼ਾਸਤਰਾਂ ਦੀ ਫਿਲਾਸਫੀ ਦੇ ਵਿੱਚ ਅਵੇਲੇਬਲ ਸੀ, ਉਹਨੂੰ ਜਿਹੜਾ ਉਹਦੇ 'ਚੋਂ ਚੰਗੀਆਂ ਚੀਜ਼ਾਂ ਲੈ ਕੇ ਨਵੀਂ ਬਾਣੀ ਦੇ ਵਿੱਚ ਦਰਜ ਕਰ ਦਿੱਤੀਆਂ। ਉਹਨਾਂ ਨੇ ਇਹ ਗੱਲ ਕੀਤੀ ਵੀ ਅਸਲ ਦੇ ਵਿੱਚ ਜਿਹੜਾ ਇਸ ਢੰਗ ਦੇ ਨਾਲ ਬਾਣੀ ਲਿਖ ਦਿੱਤੀ ਗਈ ਹੈ। ਫਿਰ ਉੱਥੇ ਸਿੱਖ ਕੌਮ ਦੇ ਮਹਾਨ ਵਿਦਵਾਨ ਜਿਹੜੇ ਬੈਠੇ ਹੋਏ ਸਨ, ਡਾਕਟਰ ਗੰਡਾ ਸਿੰਘ ਜੀ, ਉਹਨਾਂ ਨੇ ਬੜੇ ਕਮਾਲ ਦਾ ਜਵਾਬ ਦਿੱਤਾ ਸੀ। ਉਹ ਕਹਿਣ ਲੱਗੇ ਤੁਸੀਂ ਜਿਹੜੀ ਇਹ ਗੱਲ ਕਹਿੰਦੇ, ਫਿਰ ਉਹਨਾਂ ਨੇ ਇੱਕ ਹੋਰ ਸ਼ਬਦ ਵਰਤਿਆ ਵੀ ਸਿੱਖ ਵੀ ਕੋਈ ਵੱਖਰੀ ਕੌਮ ਨਹੀਂ, ਇਹ ਵੀ ਹਿੰਦੂਆਂ ਦਾ ਸੁਧਰਿਆ ਹੋਇਆ ਰੂਪ ਹੈ। ਤੇ ਸਰਦਾਰ ਕਪੂਰ ਸਿੰਘ ਜੀ ਨੇ ਇਹਦਾ ਜਿਹੜਾ ਜਵਾਬ ਜ਼ਿਕਰ ਕੀਤਾ, ਉਹ ਕਹਿਣ ਲੱਗੇ, ਉਹਨਾਂ ਨੇ ਜਵਾਬ ਦਿੱਤਾ ਵੀ ਪਹਿਲੀ ਗੱਲ ਤੁਸੀਂ ਕਹਿੰਦੇ ਹੋ ਵੀ ਵੇਦਾਂ ਸ਼ਾਸਤਰਾਂ ਦੇ ਵਿੱਚ ਜਿਹੜਾ ਪਹਿਲਾਂ ਵੀ ਅਵੇਲੇਬਿਲਟੀ ਸੀ, ਦੁਨੀਆ ਦੇ ਉੱਤੇ ਉਹਨਾਂ ਦੀ ਐਗਜ਼ਾਮਪਲ ਸੀ ਵੀ ਸਾਰੇ ਪੰਜ ਤੱਤਾਂ ਦੀ ਸ੍ਰਿਸ਼ਟੀ ਪ੍ਰਚਲਿਤ ਤੇ ਵੀ ਅਸੀਂ, ਹਾਲਾਂਕਿ ਵਿਗਿਆਨਕ ਤੌਰ ਤੇ ਕੁਝ ਹੋਰ ਜਿਹੜਾ ਮੰਨਿਆ ਜਾਂਦਾ, ਸਾਰੇ ਤੱਤ ਕੁਦਰਤ ਦੇ ਵਿੱਚ ਹੈਗੇ ਨੇ। ਪਰ ਫਿਰ ਵੀ ਜਦੋਂ ਕੋਈ ਨਵਾਂ ਸਾਇੰਟਿਸਟ ਨਵੀਂ ਚੀਜ਼ ਲੱਭ ਕੇ ਲਿਆਉਂਦਾ ਨਾ, ਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਤੱਕ ਦਿੱਤੇ ਜਾਂਦੇ ਨੇ। ਜਿਹੜਾ ਜੇ ਗੁਰੂ ਸਾਹਿਬ ਜੀ ਨੇ ਉੱਥੋਂ ਲਿਆ ਤੁਸੀਂ ਕਹਿੰਦੇ ਹੋ, ਉਹ ਕਹਿੰਦੇ ਮੈਂ ਨਹੀਂ ਮੰਨਦਾ ਉੱਥੋਂ ਲਿਆ,
ਪਰ ਉਹ ਚੀਜ਼ਾਂ ਤੁਹਾਨੂੰ ਨਹੀਂ ਲੱਭ ਸਕੀਆਂ, ਕੇਵਲ ਗੁਰੂ ਸਾਹਿਬ ਨੂੰ ਲੱਭੀਆਂ। ਤੇ ਇਹਦਾ ਮਤਲਬ ਗੁਰੂ ਸਾਹਿਬ ਤੇ ਫਿਰ ਜਿਹੜੇ ਉਹਨਾਂ ਦੀ ਮਹਾਨਤਾ ਆਪਣੇ ਆਪ ਦੇ ਵਿੱਚ ਹੈ। ਫਿਰ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜੋ ਬਖਸ਼ਿਸ਼ਾਂ ਕੀਤੀਆਂ, ਚੰਗੇ ਸਕੂਲ ਦਾ ਪਤਾ ਉੱਥੋਂ ਲੱਗਦਾ ਵੀ ਉਹ ਸਕੂਲ ਦੇ ਸਟੂਡੈਂਟ ਕਿੰਨੇ ਲਾਇਕ ਨੇ, ਇੱਥੋਂ ਪਤਾ ਲੱਗਦਾ। ਤੇ ਉਹਨਾਂ ਦੀ ਐਗਜ਼ਾਮਪਲ ਸੀ ਚੰਗੀ ਗਾਂ ਮੱਝ ਦੀ ਕੁਆਲਿਟੀ, ਇੱਥੋਂ ਪਤਾ ਲੱਗਦੀ ਵੀ ਉਹਦੀ ਦੁੱਧ ਦੀ ਕੁਆਲਿਟੀ ਤੇ ਕੁਆਂਟੀਟੀ ਕਿੰਨੀ ਵਧੀਆ। ਇਸੇ ਤਰ੍ਹਾਂ ਕਹਿਣ ਲੱਗੇ ਹਿੰਦੁਸਤਾਨ ਦੇ ਵਿੱਚ ਜ਼ਾਲਮ ਬਾਹਰੋਂ ਹੁੰਦੇ ਨੇ ਤੇ ਇੱਥੇ ਦੇ ਲੋਕ ਡਰਪੋਕ ਨੇ, ਬਾਬਰ ਦੇ ਅੱਗੇ ਨਹੀਂ ਬੋਲਦੇ, ਤੇ ਹਾਰਾਂ ਦਾ ਇਤਿਹਾਸ ਜ਼ਿਆਦਾ ਹੈ ਤਕਰੀਬਨ। ਤੇ ਗੁਰਸਿੱਖੀ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਹੁਣ ਤੱਕ ਵੇਖ ਲਓ ਕਿੰਨੇ ਉੱਚੇ ਸੁੱਚੇ ਕਰੈਕਟਰ ਦੇ ਲੋਕ ਜਿਹੜੇ ਇੰਨੇ ਮਹਾਨ ਸ਼ਹੀਦ ਹੋਏ ਨੇ। ਹਕੂਮਤ ਆਪਣੀ ਪੂਰੀ ਦੌਲਤ ਰੱਖ ਕੇ ਵੀ ਉਹਨਾਂ ਨੂੰ ਖਰੀਦ ਨਹੀਂ ਸਕੀ। ਇਹਦਾ ਮਤਲਬ ਕਰੈਕਟਰ ਬਿਲਡਿੰਗ ਉਹਨਾਂ ਦੀ ਇਹੋ ਜਿਹੀ ਬਣਾਈ, ਇਹ ਬਾਣੀ ਨੇ ਬਣਾਈ। ਜਿਉ ਮੰਦਰ ਕੋ ਥਮੈ ਥਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਭਨ, ਇਹ ਗੁਰਬਾਣੀ ਦੀ ਕਿਰਪਾ ਸੀ। ਫਿਰ ਇੰਨੇ ਮਹਾਨ ਸ਼ਹੀਦ, ਉਹਨਾਂ ਦੇ ਸਰੀਰ ਤਾਂ ਜ਼ੰਬੂਰਾਂ ਦੇ ਨਾਲ ਨੋਚ ਦਿੱਤੇ ਗਏ, ਉਹਨਾਂ ਦੇ ਬੰਦ ਤੇ ਕੱਟੇ ਗਏ, ਉਹਨਾਂ ਦੇ ਸਾਹਮਣੇ ਬੱਚਿਆਂ ਦੇ ਗਲਾਂ ਦੇ ਵਿੱਚ ਹਾਰ ਪਵਾਏ, ਪਰ ਉਹ ਅੰਦਰੋਂ ਨਹੀਂ ਡੋਲਦੇ, ਧਰਮ ਤੋਂ ਨਹੀਂ ਡੋਲਦੇ। ਇਹੋ ਜੀ ਮਿਸਾਲ ਹਿੰਦੁਸਤਾਨ ਦੀ ਪੂਰੀ ਹਿਸਟਰੀ ਦੇ ਵਿੱਚ ਨਹੀਂ ਮਿਲਦੀ ਉਸ ਲੈਵਲ ਦੀ। ਤੇ ਇਹਦਾ ਮਤਲਬ ਗੁਰੂ ਸਾਹਿਬ ਜੀ ਦੀ ਬਾਣੀ ਦੇ ਰਾਹੀਂ ਜਿਹੜੇ ਕਿਰਦਾਰ ਪੈਦਾ ਕੀਤੇ ਗਏ ਨੇ ਨਾ, ਇਹਦਾ ਮਤਲਬ ਇਹ ਸਰਵਸ਼੍ਰੇਸ਼ਟ ਇੱਕ ਉਹਨਾਂ ਨੇ ਇੱਕ ਗੱਲ ਕਹੀ। ਤੇ ਜਿਹੜੀ ਲਾਸਟ ਗੱਲ ਕਹਿੰਦੇ ਨੇ, ਤੁਸੀਂ ਕਹਿੰਦੇ ਹੋ ਵੀ ਹਿੰਦੂ ਕੌਮ ਦਾ ਸੁਧਰਿਆ ਹੋਇਆ ਰੂਪ ਸਿੱਖ ਨੇ ਤੇ ਇਹ ਵੱਖਰੀ ਕੌਮ ਨਹੀਂ। ਫਿਰ ਦੁਨੀਆ ਜਿਹੜਾ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹੈ ਉਹ ਵੀ ਵਿਗੜਿਆ ਹੋਇਆ ਕਿਉਂ ਹੋਵੇ, ਉਹ ਵੀ ਤੁਹਾਨੂੰ ਸਿੱਖ ਹੀ ਲਾਣਾ ਚਾਹੀਦਾ। ਰਾਸ਼ਟਰਪਤੀ ਕਿਉਂ ਵਿਗੜਿਆ ਹੋਇਆ ਹੋਵੇ, ਸੁਧਰਿਆ ਹੋਇਆ ਕਿਉਂ ਨਹੀਂ ਲੱਗਣਾ ਚਾਹੀਦਾ। ਪਾਰਲੀਮੈਂਟ ਦੇ ਸਾਰੇ ਮੈਂਬਰ ਜਿਹੜੇ ਨੇ ਉਹ ਕਿਉਂ ਨਹੀਂ ਸੁਧਰੇ ਹੋਏ ਲੱਗਣੇ ਚਾਹੀਦੇ, ਵਿਗੜੇ ਹੋਏ ਕਿਉਂ ਹੋਣ। ਕਹਿਣ ਦਾ ਮਤਲਬ ਇਹ ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ ਸਨ ਉੱਥੇ। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਜੋ ਬਾਣੀ ਦੇ ਰਾਹੀਂ ਜ਼ਿਕਰ ਕੀਤਾ ਹੈ ਨਾ, ਇਹ ਰੱਖਿਆ ਹੋਈ ਹੈ ਸਾਡੀ ਅੰਦਰੋਂ। ਰੱਖਿਆ ਦਾ ਮਤਲਬ ਸਾਡੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਸ਼ ਤੋਂ ਰਹਿਤ ਇੱਕ ਸਮਾਜ ਜਿਹਦੇ 'ਚ ਸਾਰੀ ਦੁਨੀਆ ਦਾ ਭਲਾ ਮੰਗਿਆ ਜਾਏ, ਇਹੋ ਜਿਹਾ ਕਰੈਕਟਰ ਗੁਰੂ ਸਾਹਿਬ ਨੇ ਪੈਦਾ ਕੀਤਾ। ਤੇ ਉਹਦੇ ਲਈ ਸ਼ਹਾਦਤਾਂ ਦੇ ਦੌਰ ਦੇ ਵਿੱਚੋਂ ਵੀ ਨਿਕਲ ਕੇ ਕਿਧਰੇ ਕੰਪਰੋਮਾਈਜ਼ ਨਹੀਂ ਕਰਦੇ ਅਸੂਲਾਂ ਦੇ ਨਾਲ। ਇਹ ਹੈ ਸੇਵਕਾਂ ਦੀ ਰੱਖਿਆ। ਉਸ ਅਕਾਲ ਪੁਰਖ ਨੇ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਇਹ ਹੈ ਸੇਵਕ ਦੀ ਰੱਖਿਆ। ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦਾ ਵਿਸ਼ਵਾਸ, ਬਾਣੀ ਦੀ ਨਾਲ ਜੁੜੇ ਹੋਣਾ ਤੇ ਬਾਣੀ ਦੀ ਵਿਚਾਰਧਾਰਾ ਅੰਦਰੋਂ ਜਿਵੇਂ ਰੱਖਿਆ ਕਰਦੀ। ਤੇ ਉਹੀ ਗੱਲ ਹਜ਼ੂਰ ਅੱਜ ਦੇ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਸੇਵਕ ਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਜਿਹੜੇ ਬਾਣੀ ਦੇ ਨਾਲ ਜੁੜੇ ਨੇ ਤੇ ਅਸਲ ਦੇ ਵਿੱਚ ਉਹਨਾਂ ਦੀ ਰਾਖੀ ਹੁੰਦੀ। ਪ੍ਰਗਟ ਪਈ ਸਭ ਲੋ ਮੈਂ, ਸਾਰੀ ਦੁਨੀਆ ਦੇ ਵਿੱਚ ਪ੍ਰਗਟ ਇਹ ਗੱਲ ਕਿ ਅਸਲ ਦੇ ਵਿੱਚ ਸੇਵਕ ਕੀ ਰਾਖੀ। ਜਿਹੜਾ ਸੇਵਕ ਜੁੜਦਾ ਉਹ ਦੂਜਿਆਂ ਨਾਲੋਂ ਮਹਾਨ ਹੋ ਜਾਂਦਾ, ਉਹਦੇ ਜੀਵਨ ਦਾ ਹਰ ਪੱਖ ਉੱਚਾ ਹੋ ਜਾਂਦਾ, ਲਾ ਮਿਸਾਲ ਹੋ ਜਾਂਦਾ। ਫਿਰ ਹਜ਼ੂਰ ਨੇ ਆਰੰਭਤਾ ਕੀਤੀ ਹੈ ਸ਼ਬਦ ਦੀ, ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਇਹ ਜਿਹੜਾ ਸਾਗਰ ਹੈ, ਕੱਲ ਵੀ ਅਰਜ਼ ਕੀਤੀ ਸੀ, ਸਾਗਰ ਅਸਲ ਦੇ ਵਿੱਚ ਸਾਡੀ ਜੀਵਨ ਦੀ ਜਿਹੜੀ ਪ੍ਰੋਬਲਮ ਆਮ ਹਾਲਤਾਂ ਦੇ ਵਿੱਚ ਬੰਦਾ ਸੋਲਵ ਨਾ ਕਰ ਸਕੇ, ਉਹਨੂੰ ਕਿਹਾ ਗਿਆ। ਬੰਦੇ ਦੀ ਜੀਵਨ ਦੀ ਵੱਡੀ ਪ੍ਰੋਬਲਮ ਅਗਿਆਨਤਾ ਵੀ ਰਹੀ ਹੈ। ਗੁਰੂ ਸਾਹਿਬ ਜੀ ਜਦੋਂ ਹਿੰਦੁਸਤਾਨ ਨੂੰ ਐਡਰੈਸ ਕਰਨਾ ਸ਼ੁਰੂ ਕਰਦੇ ਨੇ, ਉੱਥੇ ਜਿੱਥੇ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਧਰਮ ਦੇ ਵਿੱਚ ਵੀ ਪੰਖ ਲਾ ਕੇ ਉੱਡ ਗਿਆ, ਪੋਲੀਟੀਕਲ ਸਿਸਟਮ ਵੀ ਟੋਟਲੀ ਕਸਾਈ ਹੋ ਚੁੱਕਾ ਹੈ। ਉੱਥੇ ਲੁਕਾਈ ਨੂੰ ਵੀ ਇੱਕ ਗੱਲ ਕਹੀ ਗਈ ਵੀ ਅੰਧੀ ਰਈਅਤ ਗਿਆਨ ਵੀ ਹੋਣੀ ਭਾਹੇ ਭਰੇ ਮੁਰਦਾਰ, ਵੀ ਤੁਸੀਂ ਸੋਸ਼ਲ ਤੌਰ ਤੇ ਕੌਨਸ਼ੀਅਸ ਨਹੀਂ ਹੋ, ਇਸੇ ਤਰ੍ਹਾਂ ਪੋਲੀਟੀਕਲ ਕੌਨਸ਼ੀਅਸ ਤੁਹਾਡੇ ਅੰਦਰ ਨਹੀਂ ਹੈ। ਇਸੇ ਤਰ੍ਹਾਂ ਤੁਹਾਡੇ ਜੀਵਨ ਦੇ ਵਿੱਚ ਗਿਆਨ ਨਾ ਹੋਣ ਕਰਕੇ ਨਾ ਤੁਸੀਂ ਇਕੱਠੇ ਹੁੰਦੇ ਹੋ, ਨਾ ਗਿਆਨ ਦੇ ਲਈ ਵਰਕ ਕੀਤਾ, ਨਾ ਚੰਗੀ ਸੁਸਾਇਟੀ ਦੀ ਸਿਰਜਣਾ ਕੀਤੀ, ਉਹਦਾ ਖਮਿਆਜ਼ਾ ਤੁਸੀਂ ਭੁਗਤ ਰਹੇ ਹੋ। ਇਹ ਗੱਲ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਕੀਤੀ। ਤੇ ਜਦੋਂ ਇਹ ਗੱਲ ਹਜ਼ੂਰ ਨੇ ਕੀਤੀ ਤੇ ਇਹਦਾ ਮਤਲਬ ਗਿਆਨ ਅਸਲ ਦੇ ਵਿੱਚ ਸਾਡੀਆਂ ਪ੍ਰੋਬਲਮ ਨੂੰ ਸੋਲਵ ਕਰਨ ਦੀ ਸਕਿੱਲ ਪੈਦਾ ਕਰਦਾ ਹੈ।
इस करके गुरु साहब जी ने कहा बाणी के अंदर ज्ञान महारस भोगवै बहुड़ भूख ना होए। ज्ञान महारस है, ਜਦੋਂ ਉਹਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਭੋਗੋਗੇ ਤੁਹਾਡੀ ਜ਼ਿੰਦਗੀ ਦੀਆਂ ਭੁੱਖਾਂ ਦੂਰ ਹੋ ਜਾਣਗੀਆਂ, ਅੰਦਰ ਤ੍ਰਿਸ਼ਨਾ ਵਿਕਾਰਾਂ ਦੀਆਂ ਵੀ ਭੁੱਖਾਂ ਦੂਰ ਹੋਣਗੀਆਂ ਤੇ ਉਹਦੇ ਨਾਲ ਹੀ ਰੱਬ ਦੇ ਗੁਣ ਗਾਏ ਜਾਣੇ ਨੇ। ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ। ਜਿੱਥੇ ਗਿਆਨ ਹੈ ਉੱਥੇ ਹੀ ਧਰਮ ਪੈਦਾ ਹੁੰਦਾ। ਤੇ ਹਜ਼ੂਰ ਨੇ ਇੱਕ ਗੱਲ ਜਿਹੜੀ ਅੱਜ ਦੇ ਸ਼ਬਦ ਦੇ ਅੰਦਰ ਇਸ ਪੰਕਤੀ ਦੇ ਵਿੱਚ ਕੀਤੀ ਹੈ, ਇੱਕ ਤਾਂ ਸਾਗਰ ਹੈ ਅਗਿਆਨਤਾ, ਵੀ ਸਾਨੂੰ ਜ਼ਿੰਦਗੀ ਦੀ ਰਿਐਲਿਟੀ ਦੀ ਸੂਝ ਬੂਝ ਨਾ ਹੋਵੇ, ਅਸੀਂ ਇੱਕ ਇਮੈਜਨਰੀ ਵਰਲਡ ਦੇ ਵਿੱਚ ਮਾਇਆਵੀ ਸੰਸਾਰ ਦੇ ਵਿੱਚ ਭਟਕਦੇ ਹੋਈਏ। ਦੂਸਰਾ ਹੈ ਅੰਦਰ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੀਸਰੀਆਂ ਜਿਹੜੀਆਂ ਬੰਦੇ ਨੂੰ ਸਾਰੀ ਮਨੁੱਖਾ ਜਾਤੀ ਨੂੰ ਕਈ ਵਾਰੀ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਵੈਸੇ ਤੇ ਉਹ ਅਗਿਆਨਤਾ ਕਰਕੇ ਆਉਂਦੀਆਂ। ਜਿਵੇਂ ਲੋਭ ਦੇ ਵਿੱਚ ਅਸੀਂ ਕੰਜ਼ਿਊਮਰ ਬਣੇ ਆ ਤੇ ਅੱਜ ਹਰ ਬੰਦਾ ਪੁਰਾਣੇ ਰਾਜਿਆਂ ਮਹਾਰਾਜਿਆਂ ਨਾਲੋਂ ਜ਼ਿਆਦਾ ਸਹੂਲਤਾਂ ਘਰ ਦੇ ਵਿੱਚ ਮੰਨ ਰਿਹਾ। ਵੀ ਕੱਪੜਿਆਂ ਦੇ ਜਿਹੜੇ ਸਾਡੇ ਕੋਲ ਬਹੁਤ ਸਾਰੇ ਬੰਦਾ ਹੱਦ ਤੋਂ ਵੱਧ ਜਿਹੜੇ ਕਈ ਵਾਰੀ ਕੰਮ ਹੀ ਨਹੀਂ ਆਣੇ ਤੇ ਬੰਦੇ ਦੇ ਅੰਦਰ ਕੰਪਲਸਿੰਗ ਬਾਇੰਗ ਡਿਸਆਰਡਰ ਹੈ, ਵੱਧ ਤੋਂ ਵੱਧ ਖਰੀਦੋ ਫਰੋਖਤ ਕਰਕੇ ਰੱਖੀ ਜਾਣੀ ਤੇ ਫਿਰ ਵੱਡੇ ਵੱਡੇ ਘਰਾਂ 'ਚ ਰਹਿਣਾ। ਸਾਡਾ ਜਿਹੜਾ ਫੈਮਿਲੀ ਦੇ ਨਾਲ ਨਾ ਬਣ ਕਰਕੇ ਤੇ ਧਰਤੀ ਨੂੰ ਅਸੀਂ ਜ਼ਿਆਦਾ ਕੰਜ਼ਿਊਮ ਕਰ ਰਹੇ ਹਾਂ। ਅਮਰੀਕਨ ਸਟੈਂਡਰਡ ਦੇ ਮੁਤਾਬਕ ਜਿਹੜੀ ਧਰਤੀ ਨੂੰ ਯੂਜ਼ ਕੀਤਾ ਜਾ ਰਿਹਾ ਨਾ, ਜਿਹੜੇ ਅਸੀਂ ਇੱਥੇ ਰਹਿੰਦੇ ਹਾਂ, ਤੇ ਤਕਰੀਬਨ ਦੁਨੀਆ ਨੂੰ 5 ਧਰਤੀਆਂ ਚਾਹੀਦੀਆਂ, ਕਿਉਂਕਿ ਇੱਕ ਧਰਤੀ ਜਿਹੜੀ ਇੰਨਾ ਭਾਰ ਨਹੀਂ, ਇੰਨਾ ਪੋਲਿਊਸ਼ਨ ਹੋ ਰਿਹਾ, ਇੰਨਾ ਜਿਹੜਾ ਵਾਟਰ ਅਸਲ ਦੇ ਵਿੱਚ ਪੋਲਿਊਟ ਕੀਤਾ ਜਾ ਰਿਹਾ ਤੇ ਹਰ ਪਾਸੋਂ ਸਾਰੀ ਕੁਦਰਤ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਬਣੀ ਹੈ ਨਾ, ਉਹ ਹੈ ਪੋਲਿਊਸ਼ਨ ਦੀ, ਤੇ ਉਹ ਕਿਵੇਂ ਹੈਂਡਲ ਹੋਵੇ। ਤੇ ਸਾਰੇ ਵਰਲਡ ਦੇ ਦੇਸ਼ਾਂ ਦਾ ਕਰੋੜਾਂ ਪੈਸਾ ਲੱਗ ਰਿਹਾ ਤੇ ਤਾਂ ਵੀ ਸੋਲਿਊਸ਼ਨ ਹੁੰਦਾ ਛੇਤੀ ਕੀਤਿਆਂ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨਾ, ਇਹ ਵੀ ਅਸਲ ਦੇ ਵਿੱਚ ਇੱਕ ਸਾਗਰ ਦੀ ਤਰ੍ਹਾਂ ਹੀ ਹੁੰਦੀਆਂ, ਬੜੀਆਂ ਵੱਡੀਆਂ ਹੁੰਦੀਆਂ, ਸਾਡੇ ਸਾਹਮਣੇ ਆਉਂਦੀਆਂ ਸਮਾਜ 'ਚੋਂ। ਤੇ ਦਾਸ ਦੀ ਕੋਸ਼ਿਸ਼ ਹੁੰਦੀ ਬਾਣੀ ਦੀ ਵਿਆਖਿਆ ਕਰਦਿਆਂ ਹੋਇਆਂ ਬਾਹਰ ਦੇ ਦੂਸਰੇ ਜਿਹੜੇ ਲਾਈਫ ਦੇ ਏਰੀਆਜ਼ ਨੇ ਜਿਹਦੇ ਐਕਸਪੈਕਟ ਸਾਨੂੰ ਨੌਲੇਜ ਹਾਸਲ ਕਰਨੀ ਚਾਹੀਦੀ, ਉਹ ਐਗਜ਼ਾਮਪਲ ਦਿੱਤੀ ਜਾਏ, ਨਾਲੇ ਸਾਨੂੰ ਸਮਝ ਆ ਜਾਏ ਤੇ ਨਾਲੇ ਜਿਹੜਾ ਅਸੀਂ ਪ੍ਰੈਜ਼ੈਂਟ ਦੇ ਵਿੱਚ ਕੰਮ ਕਰਨਾ। ਜਿਵੇਂ ਪੰਜਾਬ ਦੀ ਜਿਹੜੀ ਬੜੀ ਵੱਡੀ ਸਮੱਸਿਆ ਹੈ ਵੀ ਕਿਸਾਨੀ ਜਿਹੜੀ ਲਗਾਤਾਰ ਲੋਸ ਦੇ ਵਿੱਚ ਜਾ ਰਹੀ। ਆ ਪਿੱਛੇ ਜੇ ਯੂਨਾਈਟਿਡ ਨੇਸ਼ਨ ਵੱਲੋਂ ਜਿਹੜੀ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀ, ਕਿਹੜੀ ਵੇਖੋ ਕਈ ਸਮੱਸਿਆਵਾਂ ਸਮੁੰਦਰ ਦੀ ਤਰ੍ਹਾਂ ਸਾਡੇ ਸਾਹਮਣੇ ਖੜੀਆਂ ਹੁੰਦੀਆਂ। ਉਹ ਕਹਿਣ ਲੱਗੇ ਐਗਰੀ ਫੂਡ ਸਿਸਟਮ ਹੈ ਨਾ, ਐਗਰੀ ਫੂਡ ਸਿਸਟਮ ਇੱਕ ਟਰਮ ਹੈ ਜਿਹਦਾ ਮਤਲਬ ਹੁੰਦਾ ਹੈ ਵੀ ਜਿੱਦਣ ਕਿਸਾਨ ਜਿਹੜਾ ਫਾਰਮ ਟੂ ਫੋਰਕ ਵੀ ਫਸਲ ਬੀਜਦਾ, ਉੱਥੋਂ ਸਾਰਾ ਸਿਸਟਮ ਚੱਲ ਕੇ ਸਾਡੇ ਡਾਈਨਿੰਗ ਟੇਬਲ ਤੱਕ ਜਿਹੜਾ ਖਾਣਾ ਆਉਂਦਾ ਹੈ ਨਾ, ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਤੇ ਜ਼ਿਕਰ ਕੀਤਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਵੀ ਉਹ ਖਾਣਾ ਜਿਹਦੇ ਨਾਲ ਖੁਸ਼ੀ ਖੁਆਰ ਹੋ ਜਾਏ। ਤੇ ਇਹਦੇ ਮਲਟਾਈ ਐਕਸਪੈਕਟਸ ਨੇ। ਤੇ ਉਹਦੇ 'ਚ ਕੀ ਹੁੰਦਾ ਵੀ ਬੰਦਾ ਉੱਥੋਂ ਲੈ ਕੇ ਹੁਣ ਤੱਕ ਜਿਹੜਾ ਸਾਰਾ ਸਿਸਟਮ ਹੈ ਨਾ, ਅਸਲ ਦੇ ਵਿੱਚ ਬੰਦੇ ਨੂੰ ਨੁਕਸਾਨਦਾਇਕ ਜਿਹੜਾ ਹੋਇਆ। ਇੱਕ ਤੇ ਟੋਟਲੀ ਬੰਦਾ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਕਾਰਪੋਰੇਸ਼ਨ ਘਰਾਣਿਆਂ ਦੇ ਉੱਤੇ ਡਿਪੈਂਡ ਹੋ ਗਿਆ। ਪਹਿਲਾਂ ਕਿਸਾਨ ਆਪਣਾ ਬੀਜ ਲੈਂਦੇ ਸਨ, ਹੁਣ ਉਹਨਾਂ ਤੋਂ ਖਰੀਦਣਾ ਪੈਂਦਾ, ਉਹਨਾਂ ਦੀ ਮੋਨੋਪੋਲੀ ਹੈ। ਉਸ ਤੋਂ ਬਾਅਦ ਪੈਸਟੀਸਾਈਡ ਇਹਨੇ ਖਾਦਾਂ ਇੰਨੀਆਂ ਜਿਹੜੀਆਂ ਵਰਤੀਆਂ ਜਾ ਰਹੀਆਂ, ਤੇ ਜਿਹੜੀ ਰਾਈਸ ਤੇ ਵੀਟ ਦੀ ਖੇਤੀ ਹੈ ਉਹ ਬਾਰ-ਬਾਰ ਬੀਜ ਕੇ ਉਹਦੇ ਨਾਲ ਸੋਇਲ ਦਾ ਇਰੋਜ਼ਨ ਹੋਇਆ, ਵੀ ਧਰਤੀ ਦੀ ਜਿਹੜੀ ਕੁਆਲਿਟੀ ਡਿਕਰੀਜ਼ ਹੋਈ ਹੈ ਲਗਾਤਾਰ। ਤੇ ਫਿਰ ਡੈਜ਼ਰਟੀਫਿਕੇਸ਼ਨ, ਪਾਣੀ ਦਾ ਲੈਵਲ ਜਿਹੜਾ ਡਿਪਲੀਟ ਹੋਇਆ ਉਹ ਵੀ ਥੱਲੇ ਚਲਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਰੇਗਿਸਤਾਨ ਤੱਕ ਬਣ ਸਕਦਾ। ਇਹੋ ਜੀ ਜਿਹੜੀ ਪ੍ਰੈਡਿਕਸ਼ਨ ਹੈ। ਕਹਿਣ ਦਾ ਮਤਲਬ ਫਿਰ ਜਿਹੜੀਆਂ ਦਵਾਈਆਂ ਵਰਤੀਆਂ ਗਈਆਂ ਉੱਥੋਂ ਜਿਹੜਾ ਆਨੰਦ, ਜਿਹੜਾ ਅਨਾਜ ਤੇ ਪਾਣੀ ਪੈਦਾ ਹੁੰਦਾ, ਉਹ ਅਸਲ ਦੇ ਵਿੱਚ ਕਈ ਕਿਸਮ ਦੀਆਂ ਬਿਮਾਰੀਆਂ ਲਾਉਂਦਾ। ਤੇ ਜਿਹੜੀ ਬੰਦਾ ਕੇਵਲ ਰਾਈਸ ਤੇ ਜਿਹੜਾ ਕਣਕ ਦੇ ਉੱਤੇ ਅਸਲ ਦੇ ਵਿੱਚ ਡਿਪੈਂਡ ਹੋ ਗਿਆ, ਉਹਦੇ ਨਾਲ ਨਿਊਟ੍ਰੀਸ਼ੀਅਸ ਵੈਲਿਊ ਨਾ ਹੋਣ ਕਰਕੇ ਪਹਿਲਾਂ ਜਿਹੜੀ ਇਹ ਖੇਤੀ ਹੁੰਦੀ ਸੀ, ਜਵਾਰ ਬਾਜਰਾ ਹੋਰ ਜਿਹੜੀਆਂ ਬੜੀਆਂ ਨਸਲਾਂ ਲੋਕ ਪੈਦਾ ਕਰਦੇ ਸਨ, ਤੇ ਅਸਲ ਦੇ ਵਿੱਚ ਉਹਦੇ ਨਾਲ ਖੁਰਾਕ ਦੇ ਪੂਰੇ ਤੱਤ ਹੁੰਦੇ ਸਨ, ਜਿਸ ਕਰਕੇ ਬੰਦੇ ਬਿਮਾਰੀਆਂ ਬਹੁਤ ਵੱਧ ਰਹੀਆਂ। ਘਰ ਘਰ ਦੇ ਵਿੱਚ ਬੰਦਾ ਬਿਮਾਰ ਹੈ ਤੇ ਡਾਕਟਰਾਂ ਕੋਲ ਤੁਰਿਆ ਫਿਰਦਾ ਤੇ ਵੈਲਫੇਅਰ ਕੋਸਟ ਬਹੁਤ ਜ਼ਿਆਦਾ ਆ ਰਹੀ ਹੈ। ਕਹਿਣ ਦਾ ਮਤਲਬ ਬੰਦੇ ਦੀ ਹੈਲਥ ਵੀ ਡਿਕਰੀਜ਼ ਹੋ ਰਹੀ ਹੈ ਤੇ ਜਿਹੜਾ ਸਿਸਟਮ ਹੈ
ਉਹ ਵੀ ਸਸਟੇਨੇਬਲ ਨਹੀਂ ਹੈ, ਅਨਸਸਟੇਨੇਬਲ ਹੈ, ਵੀ ਇਸ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਠੀਕ ਨਹੀਂ ਹੈ। ਹੁਣ ਜਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨਾ, ਇਹ ਪੈਦਾ ਹੁੰਦੀਆਂ ਅਗਿਆਨਤਾ ਦੇ ਵਿੱਚ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਤੁਮਾ ਜਿਸਮ ਸੋਹਣਾ ਅੱਡ ਨਾ ਲਹੰਦਰੋਂ ਮੁੱਲ। ਕਈ ਵਾਰੀ ਤੁਮਾ ਜਿਹੜਾ ਵੇਖਣ 'ਚ ਸੋਹਣਾ ਲੱਗਦਾ, ਉਹਦਾ ਅੱਧੀ ਕੋੜੀ ਮੁੱਲ ਨਹੀਂ ਹੁੰਦਾ, ਅਸਲ ਦੇ ਵਿੱਚ ਕੋੜਾ ਹੋਣ ਕਰਕੇ ਕੰਮ ਨਹੀਂ ਆਉਂਦਾ ਕਿਧਰੇ। ਸੇਮ ਇਸੇ ਤਰ੍ਹਾਂ ਕੁਝ ਗੱਲਾਂ ਅਸੀਂ ਆਪਣੇ ਵਿਹਾਰ ਦੇ ਵਿੱਚ ਲੈ ਆਉਂਦੇ ਹਾਂ, ਜਿਹੜੀਆਂ ਇਹ ਵੀ ਵੱਡੀਆਂ ਵੱਡੀਆਂ ਸਾਡੇ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਹੈ। ਅਤੇ ਕਈ ਵਾਰੀ ਸਾਨੂੰ ਨਾ ਇਹ ਆਊਟ ਆਫ ਟੋਪਿਕ ਲੱਗਦੀਆਂ ਜਦੋਂ ਇਹ ਗੱਲਾਂ ਧਾਰਮਿਕ ਸਟੇਜ ਤੋਂ ਖਾਸ ਕਰਕੇ ਕੀਤੀਆਂ ਜਾਣ। ਪਰ ਜਦੋਂ ਗੁਰੂ ਸਾਹਿਬ ਦਾ ਜੀਵਨ ਵੇਖੀਏ, ਉਹਨਾਂ ਨੇ ਸ਼ਹਿਰ ਵਸਾਏ ਬੜੇ ਬੜੇ ਵੱਡੇ। ਜਦੋਂ ਇਹਦਾ ਮਤਲਬ ਮਨੁੱਖਤਾ ਦੀਆਂ ਜਿਹੜੀਆਂ ਲੋੜਾਂ ਉਸ ਸਮੇਂ ਦੀਆਂ ਸੀ, ਫਿਰ ਕਿਸਾਨਾਂ ਦੇ ਲਈ ਖੂਹ ਲਵਾਏ ਗੁਰੂ ਸਾਹਿਬ ਜੀ ਨੇ ਪਾਣੀ ਦੇ ਲਈ, ਜਿਹੜੀਆਂ ਲੋੜਾਂ ਸਨ। ਕਹਿਣ ਦਾ ਮਤਲਬ ਜੋ ਸਮੇਂ ਦੀਆਂ ਲੋੜਾਂ ਸਨ, ਜੇ ਕਿਧਰੇ ਅਕਾਲ ਪੈਂਦਾ ਤੇ ਗੁਰੂ ਸਾਹਿਬ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਰੋਕ ਕੇ ਜਿੰਨਾ ਉੱਥੇ ਪੈਸਾ ਚੜ੍ਹਦਾ, ਉਹ ਕਹਿੰਦੇ ਨਹੀਂ, ਪਹਿਲਾਂ ਮਨੁੱਖਤਾ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ, ਉਹਨਾਂ ਨੂੰ ਬਚਾ ਲਿਆ ਜਾਏ। ਇਹਦਾ ਮਤਲਬ ਇਹ ਜਿਹੜੀਆਂ ਸਮੱਸਿਆਵਾਂ ਨੇ ਸਾਗਰ ਬਣ ਕੇ ਸਾਡੇ ਸਾਹਮਣੇ ਹੁੰਦੀਆਂ, ਉਹ ਵੀ ਸੂਝ-ਬੂਝ ਦੇ ਨਾਲ ਤਰੀਆਂ ਜਾ ਸਕਦੀਆਂ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਬੈਟਰ ਇਨਸਾਨ ਬਣਾਇਆ ਹੈ ਬਾਣੀ ਦੇ ਅੰਦਰ। ਤੇ ਸੱਚ ਇਹ ਵੇ ਵੀ ਗੁਰੂ ਸਾਹਿਬ ਜੀ ਦੇ ਸਮੇਂ ਨਾ ਪੋਲਿਊਸ਼ਨ ਦੀ ਕੋਈ ਸਮੱਸਿਆ ਨਹੀਂ ਸੀ, ਐਗਰੀਕਲਚਰ ਰੈਵੋਲੂਸ਼ਨ ਨਹੀਂ ਸੀ ਆਇਆ, ਜਿਸ ਕਰਕੇ ਗੁਰੂ ਸਾਹਿਬ ਨੇ ਡਾਇਰੈਕਟ ਕੋਈ ਵੀ ਸ਼ਬਦ ਬਿਆਨ ਨਹੀਂ ਕੀਤਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਅਸੀਂ ਉਹਦੇ ਇਨਡਾਇਰੈਕਟ ਅਰਥ ਜਿਹੜੇ ਇਸ ਤਰੀਕੇ ਨਾਲ ਕਰਨੇ ਆ ਕਿ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਪਾਣੀ ਨੂੰ ਜੇ ਪਵਨ ਗੁਰੂ ਕਿਹਾ, ਪਾਣੀ ਪਿਤਾ ਕਿਹਾ, ਤੇ ਸਾਨੂੰ ਸੇਵ ਕਰਨਾ ਚਾਹੀਦਾ ਹੈ। ਅਸਲ ਦੇ ਵਿੱਚ ਉਹਦੇ ਇੱਕ ਆਪਣੇ ਜਿਹੜੇ ਮੀਨਿੰਗ ਨੇ, ਅਧਿਆਤਮਕ ਅਰਥ ਨੇ ਉਹ ਸ਼ਬਦ ਦੇ, ਸ਼ਲੋਕ ਦੇ। ਤੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ, ਜਿੰਨਾ ਵੀ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇਗਾ, ਬਾਣੀ ਨੂੰ ਸੁਣੇਗਾ, ਆਪਣੇ ਅੰਦਰ ਗੁਣ ਪੈਦਾ ਕਰੇਗਾ, ਵੀ ਜੋ ਹਰ ਗੁਣ ਗਾਏ, ਰੱਬ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਮਿਊਜ਼ਿਕ ਅਸੀਂ ਬਣਾ ਲਾਂਗੇ, ਤੇ ਫਿਰ ਅਸੀਂ ਜਿੰਨੀਆਂ ਵੀ ਸਾਡੇ ਜੀਵਨ 'ਚ ਭਾਵੇਂ ਵਿਕਾਰਾਂ ਦੀਆਂ ਸਮੱਸਿਆ ਹੋਵਣ, ਬਾਹਰਲੀਆਂ ਸਮੱਸਿਆਵਾਂ ਹੋਣ, ਤੇ ਉਹ ਸਾਗਰ ਅਸੀਂ ਤਰ ਜਾਵਾਂਗੇ। ਤੇ ਹਜ਼ੂਰ ਕਹਿੰਦੇ ਨੇ ਸਾਧ ਸੰਗਤ ਕੈ ਸੰਗ ਵਸੈ, ਉਹ ਫਿਰ ਸੰਗਤ ਦੇ ਨਾਲ ਰਹਿੰਦਾ। ਫਿਰ ਜਿਵੇਂ ਹੁਣ ਆਪਾਂ ਸੰਗਤ ਦੇ ਵਿੱਚ ਬੈਠੇ ਹਾਂ ਨਾ ਫਿਜ਼ੀਕਲੀ, ਜਦੋਂ ਜਿੱਥੇ ਤੁਰਾਂਗੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਪਰ ਉਹ ਅਵਸਥਾ ਵਡਭਾਗੀ ਪਾਏ, ਸੰਗਤ ਦੇ ਨਾਲ ਰਹਿਣਾ ਬੜੇ ਵੱਡੇ ਭਾਗਾਂ ਨਾਲ ਮਿਲਦਾ, ਵੀ ਜਦੋਂ 24 ਘੰਟੇ ਤੁਸੀਂ ਸੰਗਤ ਦੇ ਵਿੱਚ ਹੀ ਬੈਠੇ ਰਹੋ, ਕਾਰ ਦੇ ਵਿੱਚ ਬੈਠੋ, ਬੱਚਿਆਂ ਨਾਲ ਗੱਲ ਕਰੋ, ਹਰ ਥਾਂ ਤੇ ਤੁਹਾਡੀ ਹਰ ਐਕਟੀਵਿਟੀ ਗੁਰਬਾਣੀ ਦੇ ਅਸੂਲਾਂ ਦੇ ਮੁਤਾਬਕ ਹੋਵੇ। ਗੁਰੂ ਸਾਹਿਬ ਜੀ ਕਹਿੰਦੇ ਨੇ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ, ਰੱਬ ਨੇ ਮੇਰੀ ਵਿਕਾਰਾਂ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਸ਼, ਮਨੁੱਖਤਾ ਨਾਲ ਨਫ਼ਰਤ ਕਰਨੀ, ਇਹ ਜਿਹੜੀ ਅੱਗ ਬੁਝਾ ਦਿੱਤੀ ਹੈ ਤੇ ਮੈਨੂੰ ਇਸ ਅੱਗ ਦੇ ਸਾਗਰ ਦੇ ਵਿੱਚੋਂ ਕੱਢ ਲਿਆ ਹੈ। ਅੰਮ੍ਰਿਤ ਨਾਮ ਜਲ ਸੰਚਿਆ, ਨਾਮ ਰੂਪੀ ਜਿਹੜਾ ਅੰਮ੍ਰਿਤ ਜਲ ਹੈ ਨਾ, ਉਹ ਮੇਰੇ ਜੀਵਨ ਦੇ ਅੰਦਰ ਸੰਚ ਦਿੱਤਾ, ਮੇਰੇ ਜੀਵਨ ਦੇ ਵਿੱਚ ਹੁਣ ਆ ਗਿਆ। ਗੁਰ ਭਏ ਸਹਾਈ, ਹੁਣ ਜਿਹੜਾ ਮੇਰਾ ਅੰਦਰ ਦਾ ਸਾਗਰ ਸੀ ਨਾ ਵਿਕਾਰਾਂ ਦਾ, ਉਹਨੂੰ ਤਰਨ ਦੇ ਵਿੱਚ ਗੁਰੂ ਸਾਹਿਬ ਨੇ ਮੇਰੀ ਬਹੁਤ ਹੈਲਪ ਕੀਤੀ ਏ, ਮਦਦਗਾਰ ਹੀ ਗੁਰੂ ਹੋਇਆ। ਤੇ ਗੁਰੂ ਭਏ ਸਹਾਈ ਦਾ ਮਤਲਬ ਮੇਰੇ ਗੁਰੂ ਸਾਹਿਬ ਜੀ ਸਹਾਇਤਾ ਦੇ ਵਿੱਚ ਨੇ। ਤੇ ਹਜ਼ੂਰ ਕਹਿੰਦੇ ਨੇ ਜਨਮ ਮਰਨ ਦੁੱਖ ਕਾਟਿਆ ਸੁੱਖ ਕਾ ਥਾਨ ਪਾਇਆ। ਇੱਕ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਜਨਮਣਾ ਮਰਨਾ ਬਾਰ-ਬਾਰ, ਪਰ ਤਨ ਪਰਤੀ ਨਿੰਦਾ, ਪਰ ਉਪਵਾਦ ਨਾ ਛੂਟੈ, ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਜਿਹੜਾ ਪਰਾਇਆ ਰੂਪ ਵੇਖਣਾ, ਪਰਾਇਆ ਕਿਸੇ ਦਾ ਧਨ ਦੌਲਤ ਵੇਖ ਕੇ ਜਾਂ ਪਰਾਈ ਨਿੰਦਾ ਹੀ ਕਰੀ ਜਾਣੀ, ਜਦੋਂ ਚਾਰ ਬੰਦਿਆਂ ਦੇ ਵਿੱਚ ਬਹਿਣਾ, ਇਹ ਬੰਦਾ ਜੰਮ ਮਰ ਰਿਹਾ, ਇਹ ਪਲ ਪਲ ਬੰਦੇ ਦਾ ਆਵਾਗਮਨ ਹੋ ਰਿਹਾ। ਤੇ ਹਜ਼ੂਰ ਕਹਿੰਦੇ ਨੇ ਜਨਮ ਤੇ ਮਰਨ ਦਾ ਦੁੱਖ ਕੱਢ ਦਿੱਤਾ, ਸੁੱਖ ਕਾ ਥਾਨ ਪਾਇਆ। ਇੱਕ ਜਿਹੜਾ ਸਦੀਵੀ ਸੁੱਖਾਂ ਵਾਲੀ ਆਈਡੀਓਲੋਜੀ ਸੀ ਨਾ, ਉਹ ਜੀਵਨ 'ਚ ਅਪਣਾ ਲਈ, ਉਹ ਸਟੇਟ ਆਫ ਮਾਈਂਡ ਮੇਰਾ ਬਣ ਗਿਆ। ਕਾਟੀ ਸਿਲਕ ਭਰਮ ਮੋਹ ਕੀ, ਮੇਰੇ ਅੰਦਰ ਦੇ ਭੁਲੇਖੇ ਕੱਢ ਦਿੱਤੇ, ਕਿਉਂਕਿ ਪਹਿਲਾਂ ਤਾਂ ਬੰਦੇ ਨੂੰ ਲੱਗਦਾ ਵੀ ਦੁਨੀਆ ਹੀ ਸਾਰਾ ਕੁਝ ਹੈ, ਤੇ ਮੋਹ ਦੀ ਅਟੈਚਮੈਂਟ ਦੀਆਂ ਜਿਹੜੀਆਂ ਰੱਸੀਆਂ ਕੱਢ ਦਿੱਤੀਆਂ। ਆਪਣੇ ਪ੍ਰਭ ਪਾਇਆ, ਜਦੋਂ ਮਾਇਆ ਦੇ ਮੋਹ ਤੋਂ ਬੰਦਾ ਟੁੱਟਦਾ ਹੈ, ਫਿਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵੱਲ ਵੱਧਦਾ ਹੈ। ਤੇ ਹਜ਼ੂਰ ਨੇ ਆਖਿਰ ਪੰਕਤੀ ਦੇ ਵਿੱਚ ਜ਼ਿਕਰ ਕੀਤਾ, ਮਤ ਕੋਈ ਜਾਣੋ ਅਵਰ ਕੱਛ ਸਭ ਪ੍ਰਭ ਕੈ ਹਾਥ। ਭਾਈ ਮਤਾ ਕੋਈ ਸਮਝੋ ਵੀ ਕਿਸੇ ਹੋਰ ਕਿਸੇ ਦੇ ਕੋਈ ਕੀਤਿਆਂ ਕੁਝ ਹੋ ਸਕਦਾ, ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਹੈ, ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ।
ਸਰਬ ਸੂਖ ਨਾਨਕ ਪਾਏ ਸੰਗ ਸੰਤਨ ਸਾਥ। ਜਦੋਂ ਸੰਤਾਂ ਦੇ ਨਾਲ ਜ਼ਿੰਦਗੀ ਬਤੀਤ ਕੀਤੀ, ਸੰਤਾਂ ਦੇ ਨਾਲ ਜ਼ਿੰਦਗੀ ਬਤੀਤ ਕਰਨ ਦਾ ਮਤਲਬ ਹੈ ਵੀ ਰੱਬ ਦੇ ਹੁਕਮ ਦੇ ਵਿੱਚ ਬਤੀਤ ਕਰਨਾ, ਕਿਉਂਕਿ ਸੰਤ ਰੱਬ ਦੇ ਹੁਕਮ ਦੇ ਵਿੱਚ ਹੁੰਦੇ ਨੇ ਤੇ ਰੱਬ ਦੀ ਰਜ਼ਾ ਦੇ ਮੁਤਾਬਕ ਉਹ ਜ਼ਿੰਦਗੀ ਬਤੀਤ ਕਰਦੇ ਨੇ, ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਨਹੀਂ। ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨੇ ਨਾ, ਕਬੀਰ ਜੋ ਹਉ ਚਿਤਵੋਂ ਸੋ ਨਾ ਕਰੈ, ਕਿਆ ਮੇਰਾ ਚਿਤਵੈ ਹੋਏ। ਆਪਣਾ ਚਿਤਵਾ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਅਸੀਂ ਤੇ ਕਹਿੰਦੇ ਨਾ ਮੈਂ ਫਲਾਣੀ ਗੱਲ ਕੀਤੀ ਤੇ ਰੱਬ ਨੇ ਪ੍ਰਵਾਨ ਕਰ ਦਿੱਤੀ, ਤੇ ਬਾਬਾ ਕਬੀਰ ਜੀ ਕਹਿੰਦੇ ਨਹੀਂ, ਜੋ ਮੈਂ ਚਿਤਵਨਾ ਉਹਦੇ ਨਾਲ ਕੀ ਹੋਏਗਾ। ਅਸਲ ਦੇ ਵਿੱਚ ਜੋ ਆਪਣਾ ਚਿਤਵਾ ਹਰ ਕਰੈ, ਜੋ ਮੇਰਾ ਚਿਤ ਨਾ ਹੋਏ। ਸਾਰਾ ਕੁਝ ਵਾਪਰਦਾ ਰੱਬ ਦੀ ਮਰਜ਼ੀ ਦੇ ਨਾਲ। ਇਸ ਕਰਕੇ ਸਾਰਾ ਕੁਝ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਆਪ ਹੈ, ਸਭ ਕੁਝ ਆਪੇ ਆਪ ਹੈ। ਤੇ ਅੱਜ ਦੇ ਸ਼ਬਦ ਦੇ ਅੰਦਰ ਹਜ਼ੂਰ ਨੇ ਜ਼ਿਕਰ ਕੀਤਾ ਸਾਨੂੰ ਖਾਸ ਕਰਕੇ